ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਕਰਨਾ। ਪਰ ਕੁਝ ਸਾਲਾਂ ਬਾਅਦ ਅਸੀਂ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਨਾ ਤਾਂ ਅਸੀਂ ਆਪਣੇ ਆਪ ਨਾਲ ਖੁਸ਼ ਹਾਂ ਪੇਰੈਂਟ ਹੋਣ ਦੇ ਨਾਤੇ, ਤੇ ਨਾ ਸਾਡੇ ਬੱਚੇ ਸਾਡੇ ਤੋਂ ਖੁਸ਼ ਨੇ। ਰੌਲਾ ਤਾਂ ਇਸ ਦਾ ਵੀ ਕਿਸੇ ਦੇ ਬਿਹੇਵ ਨੂੰ ਢਾਲ ਕੇ ਅਸੀਂ ਉਹਨੂੰ ਇੱਕ ਸੋਸਾਇਟੀ ਦੇ ਵਧੀਆ ਬੱਚੇ ਨੂੰ ਸੋਸਾਇਟੀ 'ਚ ਪ੍ਰਵੇਸ਼ ਕਰਾਉਣਾ। ਦਾ ਥਿੰਕਿੰਗ ਪਾਵਰ ਪਾਉਣਾ ਤੇ ਮਸ਼ੀਨ ਬਣਾਉਣਾ ਵੱਖਰੀ ਚੀਜ਼ ਹੈ। ਤੁਸੀਂ ਬੱਚੇ ਨੂੰ ਥਿੰਕਿੰਗ ਪਾਵਰ ਦੇਣੀ ਹੈਗੀ, ਪਰ ਜੇ ਤੁਸੀਂ ਸਹੂਲਤਾਂ ਹੀ ਦੇਈ ਜਾਓ, ਉਸ ਨੂੰ ਸਟਰਗਲ ਦੀ ਗੱਲ ਹੀ ਨਹੀਂ ਦਿਮਾਗ 'ਚ ਪਾ ਰਹੇ ਹੈਗੇ, ਤਾਂ ਨੈਚੁਰਲੀ ਉਹ ਬ੍ਰਾਂਡਡ ਹੀ ਬਣ ਜਾਂਦਾ। ਫਿਰ ਉਹ ਮਤਲਬ ਬ੍ਰਾਂਡਡ ਬਣ ਕੇ ਰਹਿ ਜਾਂਦਾ। ਬ੍ਰਾਂਡਡ ਫਿਰ ਤੁਹਾਨੂੰ ਪਤਾ ਹੈ ਵੀ ਇੱਥੇ ਬਹੁਤ ਕੁਛ ਜਿਹੜਾ ਵਾਪਰ ਰਿਹਾ ਹੈ। ਜੇ ਉਹ ਇੰਪੋਜ਼ ਕਰਦੇ ਆ ਤਾਂ ਜਿੰਨਾ ਚਿਰ ਤਾਂ ਪੇਰੈਂਟਸ ਦੀ ਪਾਵਰ ਬਹਾਲ ਹੈਗੀ ਉਹਨਾਂ ਚਿਰ ਤਾਂ ਉਹਨੂੰ ਮੰਨੀ ਜਾਣਗੇ। ਜਿੱਦੇ ਉਹਦੀ ਪਾਵਰ ਤੋਂ ਬੱਚਾ ਥੋੜ੍ਹਾ ਜਿਹਾ ਅੱਪ ਹੋ ਗਿਆ, ਉਹਦੇ ਸਾਰਾ ਕੁਝ ਉਲਟ ਹੋਊਗਾ, ਸਾਰੇ ਡਿਸਿਪਲਿਨ ਤੋਂ। ਅਤੇ ਜੇ ਉਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ, ਉਹਦੇ ਜੇ ਬਿਹੇਵ ਨੂੰ ਬਿਲਡ ਕਰਨ 'ਚ ਕਾਮਯਾਬ ਹੋ ਜਾਂਦੇ ਆ, ਐਜੂਕੇਸ਼ਨ ਤਾਂ ਆਪੇ ਹੀ ਲੈਂਦਾ ਰਹੂ ਫਿਰ ਸਾਰੀ। ਉਹ ਨਹੀਂ ਹੈ ਕਿ ਅਸੀਂ ਜੋ ਕੁਝ ਕਰਦੇ ਹਾਂ ਅਸੀਂ ਬੱਚਿਆਂ ਲਈ ਕਰਦੇ ਹਾਂ, ਅਸੀਂ ਜੋ ਕੁਝ ਬਣਾਇਆ ਬੱਚਿਆਂ ਲਈ ਬਣਾਇਆ, ਜੋ ਕੁਝ ਛੱਡ ਕੇ ਜਾਣਾ ਬੱਚਿਆਂ ਲਈ ਕਰ ਰਹੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬੱਚਿਆਂ ਲਈ ਕੰਮ ਕਰ ਰਹੇ ਹਾਂ, ਹਰ ਇੱਕ ਚੀਜ਼ ਅਸੀਂ ਬੱਚੇ ਨੂੰ ਦੇ ਰਹੇ ਹਾਂ। ਪਰ ਫਿਰ ਹੁਣ ਬੱਚੇ ਦੀ ਸਾਈਕੋਲੋਜੀ ਨੂੰ ਸਮਝਣ ਦੇ ਲਈ ਕੀ ਕਰੀਏ? ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਵਾਲ। ਇੱਕ ਵਾਰੀ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਈ ਹਾਂ। ਕੁਝ ਖਿਆਲ, ਕੁਝ ਸਵਾਲ। ਅਤੇ ਅੱਜ ਜਿਹੜੇ ਖਿਆਲ ਅਤੇ ਸਵਾਲ ਹੋਣਗੇ ਇਹ ਸਾਡੇ ਬੱਚਿਆਂ ਦੇ ਨਾਲ ਸੰਬੰਧਿਤ ਹੋਣਗੇ, ਸਾਡੇ ਨਾਲ ਸੰਬੰਧਿਤ ਹੋਣਗੇ। ਹੁੰਦਾ ਇਹ ਹੈ ਕਿ ਅਸੀਂ ਜਦੋਂ ਨਵੇਂ ਮਾਪੇ ਬਣਦੇ ਹਾਂ ਜਾਂ ਈਵਨ ਮਾਪੇ ਬਣਨ ਤੋਂ ਪਹਿਲਾਂ, ਅੱਜ ਕੱਲ੍ਹ ਇਨਫੋਰਮੇਸ਼ਨ ਇੰਨੀ ਜ਼ਿਆਦਾ ਸਾਡੇ ਕੋਲ ਮੌਜੂਦ ਹੈ, ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਕਰਨਾ ਹੈ। ਪਰ ਕੁਝ ਸਾਲਾਂ ਬਾਅਦ ਅਸੀਂ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਨਾ ਤਾਂ ਅਸੀਂ ਆਪਣੇ ਆਪ ਨਾਲ ਖੁਸ਼ ਹਾਂ ਪੇਰੈਂਟ ਹੋਣ ਦੇ ਨਾਤੇ, ਤੇ ਨਾ ਸਾਡੇ ਬੱਚੇ ਸਾਡੇ ਤੋਂ ਖੁਸ਼ ਨੇ। ਬੱਚੇ ਆਪਣੇ ਆਪ ਪਲ ਜਾਂਦੇ ਨੇ ਜਾਂ ਬੱਚਿਆਂ ਨੂੰ ਪਾਲਣ ਦੇ ਲਈ ਸਾਨੂੰ ਬਹੁਤ ਸਾਰੀ ਕੋਸ਼ਿਸ਼ ਕਰਨੀ ਪੈਂਦੀ ਹੈ। ਕਈ ਵਾਰ ਇਹਨਾਂ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ ਹੁੰਦਾ, ਸਾਡੀ ਸਮਝ ਤੋਂ ਬਾਹਰ ਹੋ ਜਾਂਦਾ ਹੈ। ਇਹ ਵੀ ਦੇਖਣ 'ਚ ਆਇਆ ਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹ ਆਪਣੀ ਪੇਰੈਂਟਿੰਗ ਸਟਾਈਲ ਤੋਂ ਖੁਸ਼ ਵੀ ਹੈਗੇ ਆ, ਦੂਸਰਿਆਂ ਦੇ ਨਾਲ ਉਹ ਗੱਲਾਂ ਸ਼ੇਅਰ ਵੀ ਕਰਦੇ ਹੈਗੇ ਆ। ਉਹ ਕੀ ਖਾਸ ਕਰਦੇ ਆ ਇਹ ਤਾਂ ਖੈਰ ਉਹੀ ਦੱਸ ਸਕਦੇ ਆ। ਪਰ ਇਹਨਾਂ ਜ਼ਰੂਰ ਦੇਖਿਆ ਜਾਂਦਾ ਕਿ ਜਦੋਂ ਅਸੀਂ ਮਾਪੇ ਹੋਣ ਦੇ ਨਾਤੇ ਆਪਣੀ ਪੇਰੈਂਟਿੰਗ ਸਟਾਈਲ ਤੋਂ ਖੁਸ਼ ਨਹੀਂ ਹੈਗੇ ਜਾਂ ਸਾਡੇ ਬੱਚੇ ਸਾਡੇ ਤੋਂ ਖੁਸ਼ ਨਹੀਂ ਹੈਗੇ, ਕੋਈ ਗੜਬੜ ਤਾਂ ਹੈ। ਜਿੱਥੇ ਅਸੀਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਅਸਮਰੱਥ ਹੈਗੇ ਹਾਂ ਜਾਂ ਅਸੀਂ ਇੱਕ ਦੂਸਰੇ ਨੂੰ ਆਪਣਾ ਆਪ ਸਮਝਾ ਨਹੀਂ ਸਕਦੇ। ਪਰ ਵੱਡੇ ਤਾਂ ਵੱਡੇ ਹੁੰਦੇ ਆ, ਬੱਚੇ ਬੱਚੇ ਹੁੰਦੇ ਆ, ਕੌਣ ਕਿਹਨੂੰ ਸਮਝੇ, ਕਈ ਤਰ੍ਹਾਂ ਦੀ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ। ਅੱਜ ਇਹੀ ਗੱਲਾਂ ਸਮਝਣ ਦੀ ਕੋਸ਼ਿਸ਼ ਕਰਨੀ ਆ। ਆਪਣੇ ਨਾਲ ਜਿਹੜੇ ਮੈਂ ਮਹਿਮਾਨ ਸ਼ਾਮਿਲ ਕੀਤੇ ਨੇ, ਇਹ ਲੰਬਾ ਸਮਾਂ ਇੱਕ ਸਾਈਕੋਥੈਰੇਪਿਸਟ ਦੇ ਤੌਰ ਦੇ ਉੱਤੇ ਪ੍ਰੈਕਟਿਸ ਕਰਦੇ ਰਹੇ ਆ। ਅੱਜ ਕੱਲ੍ਹ ਟੋਰਾਂਟੋ ਰਹਿੰਦੇ ਨੇ। ਪੰਜਾਬ ਦੇ ਵਿੱਚ ਬਰਨਾਲਾ ਦੇ ਵਿੱਚ ਮਨੋਦਿਸ਼ਾ ਹਸਪੀਟਲ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਬੱਚਿਆਂ ਦੇ ਨਾਲ ਕੰਮ ਕੀਤਾ, ਵੱਡਿਆਂ ਦੇ ਨਾਲ ਵੀ ਕੰਮ ਕੀਤਾ। ਅਤੇ ਇਹਨਾਂ ਦਾ ਜਿਹੜਾ ਫੋਕਸ ਹੈ ਉਹ ਸਾਈਕੋਥੈਰੇਪੀ ਹੈ। ਇਹਨਾਂ ਦੇ ਇਸ ਤਜਰਬੇ ਤੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਆਪਾਂ ਸਮਝਣ ਦੀ, ਜਾਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਬਹੁਤ ਸਵਾਗਤ ਕਰ ਰਹੀ ਹਾਂ। ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਪ੍ਰੋਫੈਸਰ ਬਲਵਿੰਦਰ ਬਰਨਾਲਾ ਜੀ। ਜੀ ਆਇਆਂ ਨੂੰ। ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਸਟੂਡੀਓ 'ਤੇ ਮੈਂ ਆਇਆ ਅਤੇ ਬੜਾ ਵਧੀਆ ਟੌਪਿਕ ਹੈ ਜਿਹੜਾ ਤੁਸੀਂ ਚੁਣਿਆ ਹੈਗਾ। ਓਕੇ, ਮੈਂ ਇੱਥੋਂ ਹੀ ਗੱਲ ਸ਼ੁਰੂ ਕਰਨਾ ਚਾਹੁੰਦੀ ਹਾਂ ਕਿ ਪੇਰੈਂਟਿੰਗ ਦੇ ਮੈਂ ਸਟਾਈਲ ਦੀ ਗੱਲ ਕੀਤੀ ਆ। ਸਾਰਿਆਂ ਦੀ, ਹਰ ਕਿਸੇ ਨੂੰ ਬੱਚੇ ਪਿਆਰੇ ਲੱਗਦੇ ਆ। ਸਾਡੀ ਕਮਿਊਨਿਟੀ ਦੇ ਵਿੱਚ ਖਾਸ ਤੌਰ 'ਤੇ ਅਸੀਂ ਇਹੀ ਗੱਲ ਕਹਿੰਦੇ ਹਾਂ, ਅਸੀਂ ਤਾਂ ਜੀ ਜੋ ਕੁਝ ਕਰ ਰਹੇ ਹਾਂ ਅਸੀਂ ਬੱਚਿਆਂ ਲਈ ਕਰ ਰਹੇ ਹਾਂ। ਅਸੀਂ ਤਾਂ ਜੋ ਕੁਝ ਛੱਡ ਜਾਣਾ ਬੱਚਿਆਂ ਲਈ ਛੱਡ ਜਾਣਾ। ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਾਂ। ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਹਾਂ। ਅਸੀਂ ਉਹਨਾਂ ਦੀਆਂ ਸਰੀਰਕ ਜ਼ਰੂਰਤਾਂ ਦਾ ਧਿਆਨ ਰੱਖਦੇ ਹਾਂ। ਅਸੀਂ ਕਹਿੰਦੇ ਕਿ ਉਹਨਾਂ ਦੇ ਲਈ ਵਧੀਆ ਘਰ ਹੋਣਾ ਚਾਹੀਦਾ। ਉਹ ਜਿਹੜੀ ਚੀਜ਼ ਮੰਗਦੇ ਆ, ਬ੍ਰਾਂਡਡ ਕੱਪੜੇ ਉਹਨਾਂ ਨੂੰ ਚਾਹੀਦੇ ਆ, ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਬ੍ਰਾਂਡਡ ਸ਼ੂਜ਼ ਚਾਹੀਦੇ ਆ, ਉਹ ਪ੍ਰੋਵਾਈਡ ਕਰ ਰਹੇ ਹਾਂ। ਵਧੀਆ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਹਾਂ। ਫਿਰ ਵੀ ਅਸੀਂ ਮਾਪੇ ਹੋਣ ਦੇ ਨਾਤੇ ਇਹ ਮੈਂ ਗੱਲ ਮਹਿਸੂਸ ਕਰਦੇ ਹਾਂ ਕਿ ਬੱਚੇ ਖੁਸ਼ ਨਹੀਂ ਹੈਗੇ। ਕਿਹੜੀ ਇਹੋ ਜਿਹੀ ਲੋੜ ਆ ਜਿਹੜੀ ਪੇਰੈਂਟਸ ਦੇ ਮਨ ਦੇ ਵਿੱਚ ਆਉਂਦਾ ਕਿ ਅਸੀਂ ਇਹਨਾਂ ਦੀ ਪੂਰੀ ਨਹੀਂ ਕਰ ਪਾ ਰਹੇ। ਅਤੇ ਇਹਦੇ ਦੌਰਾਨ ਹੁਣ ਥੋੜ੍ਹਾ ਬਹੁਤ ਰੀਅਲਾਈਜ਼ੇਸ਼ਨ ਇਹ ਹੋਣੀ ਸ਼ੁਰੂ ਹੋਈ ਹੈ ਕਿ ਸ਼ਾਇਦ ਅਸੀਂ ਬੱਚੇ ਦੇ ਮਨ ਤੱਕ ਨਹੀਂ ਪਹੁੰਚ ਰਹੇ। ਹਾਂਜੀ, ਕੀ ਕਹੋਗੇ? ਦੇਖੋ, ਜਦੋਂ ਆਪਾਂ ਪਿੱਛੇ ਨੂੰ ਦੇਖਦੇ ਹਾਂ ਨਾ ਥੋੜ੍ਹਾ ਜਿਹਾ,
ਵੀ ਇੱਕ ਸਮਾਂ ਹੁੰਦਾ ਸੀਗਾ, ਤੁਸੀਂ ਵੀ ਪੰਜਾਬੀ ਸੁਸਾਇਟੀ ਨਾਲ ਜੁੜੇ ਹੋ, ਮੈਂ ਵੀ ਉਸ ਨਾਲ ਜੁੜਿਆ ਹੈਗਾ। ਤੇ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਬੱਚਾ ਤੇ ਖੁਰਪਾ ਚੰਡਿਆਂ ਕੰਮ ਦਿੰਦੇ ਆ ਜੀ, ਵੀ ਦੋਨੇ ਫੇਰ ਹੀ ਵਧੀਆ ਕੰਮ ਕਰਦੇ ਆ ਜੇ ਖੁਰਪੇ ਨੂੰ ਚੰਡ ਲਈਏ ਗਾਰਡਨ 'ਚ ਜ਼ਿਆਦਾ ਫਿੱਟ ਬੈਠਦਾ ਤੇ ਇਸ ਤਰ੍ਹਾਂ ਬੱਚੇ ਨੂੰ ਚੰਡ ਲਈਏ ਤਾਂ ਉਹ ਸਮਾਜ ਦੇ ਵਿੱਚ ਚੰਗਾ ਬਣ ਜਾਂਦਾ ਹੈ। ਨਾਲ ਇਹ ਉਹਨਾਂ ਸਮਿਆਂ ਦੀ ਉਹਨਾਂ ਦੀ ਆਪਣੀ ਸਾਈਕੀ ਸੀ ਜਿਹੜੇ ਪੇਰੈਂਟਸ ਸੀਗੇ, ਤੇ ਅੱਜ ਬਹੁਤ ਸਾਰੇ ਪੇਰੈਂਟਸ ਅਜੇ ਵੀ ਉਸੇ ਸਾਈਕੀ ਤੇ ਮੇਰੇ ਖਿਆਲ 'ਚ ਅੜੇ ਹੋਏ ਆ, ਅਜੇ ਵੀ ਉਸੇ ਗੱਲ ਨੂੰ ਹੀ ਮਤਲਬ ਮੰਨ ਰਹੇ ਹੁੰਦੇ ਹੈਗੇ। ਮਗਰ ਇਹ ਅੱਜ ਇਸ ਨੂੰ ਉਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ। ਚੰਡਣਾ ਵੀ ਕੁੱਟਮਾਰ ਕਰਕੇ ਬੱਚੇ ਨੂੰ ਜਾਂ ਇਸ ਪਾਸੇ ਨੂੰ, ਮੈਂ ਕਿਉਂਕਿ ਲੰਬਾ ਸਮਾਂ ਐਜੂਕੇਸ਼ਨ ਡਿਪਾਰਟਮੈਂਟ 'ਚ ਵੀ ਕੰਮ ਕੀਤਾ, ਮੇਰਾ ਬੱਚਿਆਂ ਨਾਲ ਸਾਰਿਆਂ ਨਾਲ ਹੀ ਵੱਡੇ ਮਤਲਬ ਤਕਰੀਬਨ ਅਪ ਟੂ ਜਿਹਨੂੰ ਆਪਾਂ ਟੀਨੇਜ ਕਹਿ ਸਕਦੇ ਹਾਂ 18-19 ਸਾਲ ਦੇ ਬੱਚਿਆਂ ਤੱਕ ਮੈਂ ਪੜ੍ਹਾਉਂਦਾ ਰਿਹਾ ਸਾਰਿਆਂ ਨੂੰ। ਤੇ ਇਹਦੇ 'ਚ ਮੈਨੂੰ ਉਹਨਾਂ ਦੇ ਕਲੋਜ਼ ਜਾ ਕੇ ਜੋ ਮੈਂ ਸਿੱਖਿਆ ਹੈਗਾ ਜਾਂ ਇਸ ਖੇਤਰ 'ਚ ਸਾਈਕੋਥੈਰੇਪੀ 'ਚ ਆ ਕੇ ਜੋ ਮੈਨੂੰ ਲੱਗਿਆ ਵੀ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਕੁਝ ਕਹਾਵਤਾਂ ਹੈਗੀਆਂ ਇਹ ਅੱਜ ਢੁਕਵੀਆਂ ਨਹੀਂ ਹੈਗੀਆਂ। ਠੀਕ ਹੈ, ਮੈਂ ਸਮਝਦਾ ਇਸ ਗੱਲ ਨੂੰ ਵੀ ਜੇ ਪੇਰੈਂਟਸ ਅਲਰਟ ਨਹੀਂ ਹੋਣਗੇ, ਕਿਉਂਕਿ ਬੱਚਾ ਇਜ਼ ਏ ਪਲੇਨ ਸਲੇਟ, ਤਾਂ ਇੱਕ ਪਲੇਨ ਸਲੇਟ ਹੈ ਜੀ, ਤੁਸੀਂ ਉਹਤੇ ਪ੍ਰਿੰਟ ਕੀ ਕਰਨਾ ਹੈ। ਕਈ ਵਾਰ ਉਹ ਪ੍ਰਿੰਟ ਤੁਹਾਡਾ ਜਿਹੜਾ ਕੀਤਾ ਹੋਇਆ ਹੈਗਾ ਜਿਹੜਾ ਮੁੜ ਕੇ ਬਾਸ਼ ਆਊਟ ਨਹੀਂ ਹੁੰਦਾ, ਆਦਤਾਂ ਦੇ ਰੂਪ 'ਚ ਢਲਦਾ ਹੈਗਾ, ਉਹ ਨੁਕਸਾਨਦੇਹ ਵੀ ਹੋ ਸਕਦਾ ਹੈ ਜੇ ਤੁਸੀਂ ਉਸ ਬਾਰੇ ਪੂਰੀ ਤਰ੍ਹਾਂ ਜਗਿਆਸੂ ਨਹੀਂ ਹੈਗੇ ਜਾਂ ਤੁਹਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੈਗੀ। ਮੈਂ ਆਪਣੀ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪ੍ਰੋਫੈਸਰ ਬਲਵਿੰਦਰ ਬਰਨਾਲਾ ਹੋਣਾ ਨੇ ਇੱਕ ਕਿਤਾਬ ਲਿਖੀ ਹੋਈ ਹੈ ਜਿਹਦਾ ਟਾਈਟਲ ਵੀ ਇਹੀ ਹੈ, ਬਾਲ ਮਨੋਵਿਗਿਆਨ। ਸੋ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਲ ਮਨੋਵਿਗਿਆਨ ਕੀ ਹੈ। ਸੰਭਾਵਿਤ ਤੌਰ ਦੇ ਉੱਤੇ ਜੇ ਬਾਲ ਮਨੋਵਿਗਿਆਨ ਨੂੰ ਅਸੀਂ ਥੋੜ੍ਹਾ ਬਹੁਤ ਵੀ ਸਮਝ ਸਕੀਏ ਇੱਕ ਆਮ ਸਧਾਰਨ ਇਨਸਾਨ ਹੋਣ ਦੇ ਨਾਤੇ, ਤਾਂ ਸਾਡੀ ਆਪਣੇ ਬੱਚਿਆਂ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਬਿਹਤਰ ਹੋ ਸਕਦੀ ਹੈ। ਸੋ ਪ੍ਰੋਫੈਸਰ ਬਰਨਾਲਾ, ਮੈਂ ਇਹੀ ਬਹੁਤ ਜੇ ਸਾਦੇ ਸ਼ਬਦਾਂ 'ਚ ਗੱਲ ਕਰਨੀ ਹੋਵੇ ਕਿ ਬਾਲ ਮਨੋਵਿਗਿਆਨ ਕੀ ਹੈ। ਦੇਖੋ, ਬੜਾ ਕਲੀਅਰ ਹੈਗਾ, ਜਿਹਨੂੰ ਆਪਾਂ ਚਾਈਲਡ ਸਾਈਕੋਲੋਜੀ ਕਹਿ ਦਿੰਦੇ ਹਾਂ। ਤੇ ਜਦੋਂ ਅਸੀਂ ਮਤਲਬ ਚਾਈਲਡ ਦੀ ਗੱਲ ਕਰਾਂ ਤਾਂ ਬੱਚਾ ਬੱਚਾ ਆ ਗਿਆ ਦਾ ਮਤਲਬ ਜੀ, ਸਾਈਕੋ ਦਾ ਮਤਲਬ ਮਨ, ਬ੍ਰੇਨ ਕਹਿ ਦਈਏ ਆਪਾਂ, ਵਿਗਿਆਨ ਉਹਦਾ ਵਿਗਿਆਨ ਵੀ ਉਹਨੂੰ ਉਹਦੇ ਬ੍ਰੇਨ ਨੂੰ ਕਿਵੇਂ ਜਾਣਨਾ ਹੈਗਾ, ਬੱਚਿਆਂ ਦਾ ਜਿਹੜਾ ਬ੍ਰੇਨ ਹੈ ਕਿਵੇਂ ਉਹ ਕੰਮ ਕਰ ਰਿਹਾ ਤੇ ਕਿਸ ਤਰ੍ਹਾਂ ਦਾ ਪ੍ਰੋਸੈਸਿੰਗ ਉਹਦੇ ਸੈਟਿੰਗ ਹੋ ਰਹੀ ਹੁੰਦੀ ਹੈਗੀ, ਉਹਨੂੰ ਸਮਝਣਾ ਹੈਗਾ। ਬੱਚਿਆਂ ਦੇ ਜੇ ਮਨੋਵਿਗਿਆਨ ਨੂੰ ਸਮਝ ਕੇ ਕੋਈ ਪ੍ਰੋਪਰ ਟੈਕਲ ਕੀਤਾ ਜਾਂਦਾ ਹੈ, ਮੈਨੂੰ ਲੱਗਦਾ ਬੱਚਿਆਂ ਨੂੰ ਵਧੀਆ ਢੰਗ ਨਾਲ ਅਸੀਂ ਸੁਸਾਇਟੀ 'ਚ ਫਿੱਟ ਕਰ ਸਕਦੇ, ਢਾਲ ਸਕਦੇ ਹੈਗੇ ਆ। ਇਹ ਮਤਲਬ ਚਾਈਲਡ ਸਾਈਕੋ ਦਾ ਮਤਲਬ ਹੀ ਹੈ ਵੀ ਬੱਚਿਆਂ ਦੇ ਦਿਮਾਗ ਨੂੰ ਰੀਡ ਕਰਨਾ। ਫਿਰ ਬੱਚਿਆਂ ਦੇ ਅੱਗੇ ਗਰੁੱਪ ਹੈਗੇ ਆ, ਇੱਕ ਤਾਂ ਇਨਫੈਂਟ ਹੈ ਜਿਹੜਾ 2 ਸਾਲ ਤੱਕ ਦਾ ਕਹਿੰਦੇ ਜਿਹਨੂੰ ਆਪਾਂ ਛੋਟਾ ਬੱਚਾ ਕਹਿ ਦਈਏ ਜੀ, ਤੇ ਇੱਕ ਉਦੋਂ ਅੱਗੇ ਜਾ ਕੇ ਜਿਹਨੂੰ ਅਸੀਂ 2 ਸਾਲ ਤੋਂ ਲੈ ਕੇ ਨੀਅਰ ਅਬਾਊਟ ਜਿਹੜਾ 8 ਸਾਲ ਤੱਕ, ਇਹ ਅਰਲੀ ਚਾਈਲਡਹੁੱਡ ਕਹਿੰਦੇ ਆਪਾਂ ਨੂੰ ਜੀ। ਤੇ ਫਿਰ ਮਤਲਬ ਉਸ ਤੋਂ ਲੈ ਕੇ 8 ਤੋਂ ਲੈ ਕੇ 12 ਸਾਲ ਤੱਕ ਜਿਹੜਾ ਉਹ ਲੇਟ ਚਾਈਲਡਹੁੱਡ ਹੈ। ਇਹਨਾਂ ਹਿੱਸਾ ਅਸੀਂ ਇਸੇ ਬਾਲ ਮਨੋਵਿਗਿਆਨ ਦੇ ਹਿੱਸੇ 'ਚ ਹੀ ਲੈ ਕੇ ਆਉਂਦੇ ਹੈਗੇ ਆ। ਤੇ ਇਹ ਜਿਹੜੇ ਗਰੁੱਪ ਨੇਗੇ, ਤਿੰਨੇ ਗਰੁੱਪ ਜਿਹੜੇ ਹੈਗੇ ਆ, ਪਹਿਲਾ ਗਰੁੱਪ ਮੈਂ ਦੱਸਿਆ ਵੀ ਇਨਫੈਂਟ ਵਾਲਾ, ਦੂਸਰਾ ਅਰਲੀ ਚਾਈਲਡਹੁੱਡ ਤੇ ਤੀਸਰਾ ਲੇਟ ਚਾਈਲਡਹੁੱਡ, ਤਿੰਨਾਂ ਦੀ ਸਾਈਕੀ 'ਚ ਡਿਫਰੈਂਟ ਹੋ ਜਾਂਦਾ ਹੈ, ਡਿਫਰੈਂਸਿਸ ਆ ਜਾਂਦਾ ਹੈ। ਕਿਉਂਕਿ ਜਿਹੜਾ ਬੱਚਾ ਅਜੇ ਬਿਲਕੁਲ ਹੀ 2 ਸਾਲ ਦਾ ਹੈਗਾ, ਉਹਦੀ ਤਾਂ ਮਤਲਬ ਅਜੇ ਗਰੋਥ ਬ੍ਰੇਨ ਦੀ ਬਿਲਕੁਲ ਹੀ ਅਜੇ ਹੋਈ ਨਹੀਂ ਹੈਗੀ ਕੁਛ, ਅਜੇ ਤਾਂ ਬ੍ਰੇਨ ਉਹਦਾ ਉਸ ਪਾਸੇ ਨੂੰ ਜਾ ਰਿਹਾ, ਅਜੇ ਉਹ ਬਹੁਤਾ ਕੁਛ ਆਲੇ ਦੁਆਲੇ ਨਾਲ ਨਹੀਂ ਜੁੜਿਆ, ਬਹੁਤਾ ਕੁਛ ਉਹ ਆਲੇ ਨਾਲ ਜੁੜ ਕੇ ਜੇ ਜੁੜਦਾ ਵੀ ਹੈ ਤੇ ਉਹ ਆਪਣੇ ਆਪ ਕੁਛ ਉਹਨੂੰ ਨਹੀਂ, ਉਹਦੇ ਬਾਰੇ ਰੀਥਿੰਕ ਕਰਨ ਜੋਗਾ ਨਹੀਂ ਹੁੰਦਾ ਜੀ। ਇਸ ਕਰਕੇ ਉਹਨੂੰ ਕਿਵੇਂ ਟੈਕਲ ਕਰਨਾ ਹੈ ਤੇ ਜਿਹੜਾ ਮਤਲਬ ਅਰਲੀ ਚਾਈਲਡਹੁੱਡ ਨੂੰ ਕਿਵੇਂ ਟੈਕਲ ਕਰਨਾ ਹੈ ਤੇ ਅੱਗੇ ਲੇਟ ਨੂੰ ਕਿਵੇਂ ਕਰਨਾ ਹੈ। ਪਰ ਇੱਕ ਗੱਲ ਆਪਾਂ ਨੂੰ ਬੜੀ ਕਲੀਅਰ ਹੈਗੀ ਵੀ ਜਿਹੜਾ ਕੁਛ ਤੁਸੀਂ ਉਹ ਇਸ ਪੀਰੀਅਡ ਦੇ ਵਿੱਚ ਟੈਕਲ ਕਰੀ ਜਾਂਦੇ ਹੋ, ਬ੍ਰੇਨ ਦੇ ਵਿੱਚ ਉਹਦੀਆਂ ਇੱਕ ਜਿਹੜਾ ਉਹਦਾ ਸੁਭਾਅ ਹੈਗਾ, ਜਿਹਨੂੰ ਅਸੀਂ ਬਿਹੇਵ ਕਹਿ ਦਿੰਦੇ ਹਾਂ, ਉਹ ਸੈਟਅਪ ਕਰ ਰਹੇ ਹੁੰਦੇ ਹਾਂ ਅਸੀਂ। ਪਰ ਤੁਸੀਂ ਹੁਣ ਗੱਲ ਇਹ ਹੈ ਕਿ ਤੁਸੀਂ ਤਾਂ ਇਹਦੇ ਐਕਸਪਰਟ ਹੈਗੇ ਹੋ, ਤੁਸੀਂ ਬਾਲ ਮਨੋਵਿਗਿਆਨ ਦੇ, ਤੁਸੀਂ ਸਾਈਕੋਥੈਰੇਪਿਸਟ ਹੋ, ਕਈ ਸਾਈਕੋਲੋਜਿਸਟ ਹੁੰਦੇ ਨੇ, ਸਾਈਕੈਟਰਿਸਟ ਹੁੰਦੇ ਨੇ, ਜਾਂ ਈਵਨ ਬੱਚਿਆਂ ਦੇ ਡਾਕਟਰ ਹੁੰਦੇ ਨੇ। ਇਹ ਗੱਲਾਂ ਆਪਾਂ ਸਮਝਦੇ ਹਾਂ ਕਿ ਵੀ ਉਹ ਲੋਕ ਸਪੈਸ਼ਲਾਈਜ਼ ਕਰਦੇ ਹੈਗੇ ਆ, ਬ੍ਰੇਨ ਦੀ ਸਟੱਡੀ ਕਰਦੇ ਆ, ਉਹਨਾਂ ਦੀ ਸਾਈਕੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਪਰ ਇੱਕ ਆਮ ਸਧਾਰਨ ਜਿਹੜੇ ਪੇਰੈਂਟਸ ਨੇ ਉਹ ਕਿਵੇਂ ਉਸ ਚੀਜ਼ ਨੂੰ ਸਮਝ ਸਕਦੇ ਆ? ਦੇਖੋ, ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਇੱਕ ਕਾਫੀ ਵੱਡੀ ਪ੍ਰੋਬਲਮ ਹੈ ਜਿਹਨੂੰ ਸਮਝਣਾ ਜ਼ਰੂਰੀ ਹੈਗਾ। ਜਿਵੇਂ ਆਪਾਂ ਕਹਿੰਦੇ ਬੱਚੇ ਆਮ ਤਾਂ ਕਹਿੰਦੇ ਬੱਚੇ ਜਿਹੜਾ ਮਾਂ ਪਿਓ ਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਹੁਣ ਪੜ੍ਹੇ ਲਿਖੇ ਹੋਣ ਦਾ ਵੀ ਅੱਗੇ ਜਾ ਕੇ ਡਿਫਾਈਨ ਕਰਨਾ ਪਊ ਸਾਨੂੰ ਵੀ ਤੁਸੀਂ ਪੜ੍ਹਿਆ ਲਿਖਿਆ ਕਿਸ ਮਾਪਿਆਂ ਨੂੰ ਕਹਿ ਸਕਦੇ ਹੈਗੇ ਹੋ। ਪੜ੍ਹਿਆ ਲਿਖਿਆ ਤਾਂ ਉਹ ਜਿਹੜਾ ਕੁਰੱਖਤ ਸੁਭਾਅ ਹੈਗਾ ਤੇ
ਉਹ ਡਿਗਰੀਆਂ ਬਥੇਰੀਆਂ ਉਹਦੇ ਕੋਲ, ਪੜ੍ਹਿਆ ਲਿਖਿਆ ਹੈਗਾ, ਉਹਨੂੰ ਵੀ ਕਹਿ ਸਕਦੇ ਹਾਂ ਜੀ। ਤੇ ਹੁਣ ਉੱਥੇ ਆ ਕੇ ਜਿਹੜਾ ਮਤਲਬ ਐਜੂਕੇਸ਼ਨ ਦਾ ਲੈਵਲ ਜਿਹੜਾ ਹੈਗਾ ਉਹ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਜੀ ਡਿਗਰੀਆਂ ਦੇ ਰੂਪ 'ਚ ਉਹ ਵੱਖਰਾ ਹੈਗਾ ਜੀ। ਰੌਲਾ ਤਾਂ ਇਸ ਦਾ ਵੀ ਕਿਸੇ ਦੇ ਬਿਹੇਵ ਨੂੰ ਢਾਲ ਕੇ ਅਸੀਂ ਉਹਨੂੰ ਇੱਕ ਸੁਸਾਇਟੀ ਦੇ ਵਧੀਆ ਬੱਚੇ ਨੂੰ ਉਸ ਸੁਸਾਇਟੀ 'ਚ ਪ੍ਰਵੇਸ਼ ਕਰਾਉਣਾ ਦਾ, ਸੁਸਾਇਟੀ 'ਚ ਇੱਕ ਚੰਗੇ ਨਾਗਰਿਕ ਤੌਰ ਤੇ ਲੈ ਕੇ ਜਾਣਾ ਆਪਾਂ ਨੂੰ। ਉਹ ਚੰਗੇ ਨਾਗਰਿਕ ਤੌਰ ਤੇ ਫੇਰ ਹੀ ਲੈ ਕੇ ਜਾ ਸਕਦੇ ਹਾਂ ਜੇ ਉਹਦੇ ਬਿਹੇਵ ਨੂੰ ਅਸੀਂ ਜਿਸ ਤਰ੍ਹਾਂ ਦੀ ਸੁਸਾਇਟੀ 'ਚ ਬਿਹੇਵ ਦੀ ਡਿਮਾਂਡ ਹੈਗੀ ਆ ਉਸ ਤਰ੍ਹਾਂ ਦਾ ਬਿਹੇਵ ਉਸ ਦਾ ਸੈੱਟ ਕਰਨ 'ਚ ਮਦਦ ਕਰਦੇ ਹੈਗੇ ਆ। ਠੀਕ ਹੈ। ਤੇ ਇਹ ਮਤਲਬ ਪੇਰੈਂਟਸ ਜਿਹੜੇ ਆ ਉਹ ਅਜੇ ਇਸ ਲੈਵਲ ਤੱਕ ਨਹੀਂ ਸਮਝ ਰਹੇ ਹੁੰਦੇ, ਕਿਉਂਕਿ ਨਾਰਮਲੀ ਸਿੰਪਲ ਮੈਂ ਉਦਾਹਰਨ ਦੇ ਸਕਦਾ, ਕਈ ਵਾਰ ਬੱਚਾ ਕੋਈ ਜ਼ਿਆਦਾ ਅਗਰੈਸਿਵ ਹੈਗਾ, ਮੰਨ ਲਓ ਆਪਣਾ ਜਿੱਦ ਕਰਦਾ ਹੈਗਾ, ਤੇ ਆਮ ਤੌਰ ਤੇ ਪੇਰੈਂਟਸ ਇਹਦਾ ਵੀ ਇਹਦੀ ਜਿੱਦ ਤੋੜੋ, ਜਿਵੇਂ ਮਰਜ਼ੀ ਤੋੜੋ, ਇਹ ਖਰਾਬ ਕਰੂਗਾ। ਜਿੱਦ ਤੋੜਨ ਵਾਸਤੇ ਉਹਨੂੰ ਪਨਿਸ਼ਮੈਂਟ ਵੀ ਦਿੰਦੇ ਹੈਗੇ ਕਈ ਕਿਸਮ ਦੀ, ਕਈ ਵਾਰ ਹਾਰਡ ਪਨਿਸ਼ਮੈਂਟ ਦੇ ਜਾਂਦੇ ਆ, ਤੇ ਉਹ ਬੱਚੇ ਬਾਰੇ ਕੱਖ ਨਹੀਂ ਜਾਣਦੇ ਵੀ ਇਹ ਜਿੱਦੀ ਜਿਹੜਾ ਬੱਚਾ ਹੈ ਇਹਦੇ 'ਚ ਕੁਆਲਿਟੀ ਕੀ ਹੈਗੀ। ਜਾਂ ਉਹ ਦੂਸਰਾ ਉਲਟਾ ਅਸੀਂ ਕੰਮ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਵੀ ਜੇ ਇਹਦੀ ਜ਼ਿੱਦ ਮੰਨ ਲਈ ਅਸੀਂ ਤਾਂ ਇਹਨੇ ਫਿਰ ਇਹੀ ਆਦਤ ਇਹਦੀ ਬਣ ਜਾਣੀ ਆ। ਨਹੀਂ, ਜੇ ਆਦਤ ਬਣਦੀ ਹੈ, ਮੈਨੂੰ ਇਹ ਲੱਗਦਾ ਵੀ ਕਈ ਵਾਰੀ ਜਿਹੜੀਆਂ ਜੇ ਉਹ ਆਦਤਾਂ ਵਧੀਆ ਢੰਗ ਨਾਲ ਅਸੀਂ ਮੈਨੇਜ ਕਰ ਜਾਂਦੇ ਆ, ਤੇ ਮੈਨੂੰ ਇਹ ਲੱਗਦਾ ਵੀ ਅੱਗੇ ਜਾ ਕੇ ਜਿਹੜੇ ਬੱਚੇ ਹੈਗੇ ਸਮਾਂ ਉਹ ਕੁਛ ਨਾ ਕੁਛ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਆ, ਕਿਉਂਕਿ ਜਿੱਦੀ ਤਾਂ ਹੁੰਦਾ ਹੀ ਆ, ਜਿਸ ਕੰਮ ਨੂੰ ਲੱਗਦੇ ਆ ਉਹ ਸਿਰੇ ਲਾ ਕੇ ਹਟਦੇ ਆ। ਜੇ ਉਹਨਾਂ ਨੂੰ ਅਸੀਂ ਪ੍ਰੋਪਰ ਬੂਸਟ ਕਰਕੇ, ਪ੍ਰੋਪਰ ਮੇਜ਼ ਕਰਕੇ ਉਹਦੀ ਜਿੱਦ ਨੂੰ ਪ੍ਰੋਪਰ ਢੰਗ ਦਿਸ਼ਾ ਦੇ ਦਿੰਦੇ ਆ, ਤਾਂ ਉਹ ਬੱਚੇ ਨਿਊਟਨੀ ਬਣਨਗੇ, ਗ੍ਰਾਮ ਵੈਲੀ ਬਣ ਗਏ, ਟੌਪ ਦੇ ਵਿਗਿਆਨੀ ਬਣ ਸਕਦੇ ਹੈਗੇ, ਟੌਪ ਦੇ ਮਤਲਬ ਵੱਖ-ਵੱਖ ਖੇਤਰਾਂ ਦੇ ਮਾਹਰ ਹੋ ਸਕਦੇ ਆ। ਉਹਨਾਂ 'ਚ ਬਹੁਤ ਵੱਡੀ ਮਤਲਬ ਇਹ ਗੁਣ ਹੈ ਕਿ ਉਹ ਇੱਕ ਬ੍ਰੇਨ ਨੂੰ ਇੱਕ ਆਈਡੀਆ ਤੇ ਫਿਕਸ ਕਰਦੇ ਆ, ਇਸੇ ਕਰਕੇ ਜਿੱਦ ਕਰ ਰਹੇ ਆ ਉਹ। ਤੇ ਜਿਹੜੇ ਬੱਚੇ ਮਤਲਬ ਬ੍ਰੇਨ ਨੂੰ ਸਪਲਿਟ ਕਰਦੇ ਹੈਗੇ ਵੀ ਉਹ ਇੱਕ ਥਾਂ ਤੇ ਉਹਦੀ ਕਨਸੈਂਟਰੇਸ਼ਨ ਨਹੀਂ ਬਣਦੀ ਹੈਗੀ, ਇਸੇ ਕਰਕੇ ਉਹ ਅੱਗੇ ਜਾ ਕੇ ਫਿਰ ਉਹਨੀਆਂ ਪ੍ਰਾਪਤੀਆਂ ਨਹੀਂ ਕਰ ਸਕਦੇ ਹੈਗੇ। ਸੋ ਹੁਣ ਪੇਰੈਂਟਸ ਦਾ ਆਪਦੀ ਜਿੱਦ, ਬੱਚਿਆਂ ਦੀ ਜਿੱਦ ਤੋੜਨ ਲੱਗੇ ਪਏ ਨੇਗੇ ਵੀ ਇਹਨੂੰ ਤੋੜ ਕੇ ਇਹਨੂੰ ਆਪਾਂ ਹਰਾ ਕੇ ਦਿਖਾਉਣਾ ਹੈਗਾ। ਹੁਣ ਜਦੋਂ ਤੁਸੀਂ ਹਰਾਉਣ ਦਾ ਮੈਥਡ ਹੀ ਉਹਦੇ 'ਚ ਸ਼ੁਰੂ ਕਰ ਲਿਆ ਤਾਂ ਉਹਦਾ ਦੂਜਾ ਪਾਸਾ ਨਹੀਂ ਦੇਖ ਰਹੇ ਪੇਰੈਂਟਸ, ਵੀ ਇਹਨੂੰ ਹਰਾ ਕੇ ਇਹਦੇ ਮਨ 'ਚ ਇੱਕ ਹੋਰ ਅਹਿਸਾਸ ਜਾਣਾ, ਹਾਰਨ ਵਾਲਾ ਵੀ ਜਾਊਗਾ ਵੀ ਮੈਂ ਇੱਥੇ ਹਾਰ ਗਿਆਗਾ। ਉਹਦੇ ਅੰਦਰ ਇੱਕ ਜਿਹਨੂੰ ਆਪਾਂ ਦੂਸਰੇ ਇਨਫੀਰੀਟੀ ਕੰਪਲੈਕਸ ਕਹਿ ਦਈਏ, ਜਿਹੜਾ ਇਨਫੀਰੀਟੀ ਕੰਪਲੈਕਸ ਹੈ ਉਹ ਡਿਵੈਲਪ ਕਰ ਸਕਦਾ ਉਹਦੇ ਅੰਦਰ, ਸੈਲਫ ਸਟੀਮ ਲੋ ਹੋ ਜਾਂਦੀ ਹੈ ਉਹਦੇ 'ਚ। ਉਹ ਨੁਕਸਾਨ ਉਹਨੂੰ ਜਿਹੜਾ ਹੋ ਰਿਹਾ ਹੈਗਾ ਉਹ ਪੇਰੈਂਟਸ ਨਹੀਂ ਸਮਝ ਰਹੇ ਹੁੰਦੇ। ਇਸ ਕਰਕੇ ਪੇਰੈਂਟਸ ਨੂੰ ਬੜਾ ਮਤਲਬ ਬ੍ਰਿਲੀਅੰਟਲੀ ਡੀਲ ਕਰਨਾ ਪਊ ਜਦੋਂ ਇਹ ਜਿਹੇ ਮਸਲੇ ਆਉਂਦੇ ਆ ਬੱਚਿਆਂ ਨੂੰ ਪਾਲਣ ਪੋਸ਼ਣ। ਮੈਂ ਮੁੜ ਕੇ ਉਸੇ ਗੱਲ ਤੇ ਆਉਣੀ ਆ ਕਿ ਅਸੀਂ ਤਾਂ ਉਹ ਕਮਿਊਨਿਟੀ ਆ ਜਿਹੜੇ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਅਸੀਂ ਜੋ ਕੁਝ ਕਰਦੇ ਆ ਅਸੀਂ ਬੱਚਿਆਂ ਲਈ ਕਰਦੇ ਆ, ਅਸੀਂ ਜੋ ਕੁਝ ਬਣਾਇਆ ਬੱਚਿਆਂ ਲਈ ਬਣਾਇਆ, ਜੋ ਕੁਝ ਛੱਡ ਕੇ ਜਾਣਾ ਬੱਚਿਆਂ ਲਈ ਕਰ ਰਹੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬੱਚਿਆਂ ਲਈ ਕੰਮ ਕਰ ਰਹੇ ਹਾਂ, ਹਰ ਇੱਕ ਚੀਜ਼ ਅਸੀਂ ਬੱਚੇ ਨੂੰ ਦੇ ਰਹੇ ਹਾਂ। ਪਰ ਫਿਰ ਹੁਣ ਬੱਚੇ ਦੀ ਸਾਈਕੋਲੋਜੀ ਨੂੰ ਸਮਝਣ ਦੇ ਲਈ ਕੀ ਕਰੀਏ? ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਹੈਗੀ ਵੀ ਜਦੋਂ ਪੇਰੈਂਟਸ ਆਪਦੇ ਬੱਚਿਆਂ ਵੱਲ ਧਿਆਨ ਦਿੰਦੇ ਆ, ਜਿਵੇਂ ਤੁਸੀਂ ਗੱਲ ਕਹੀ ਵੀ ਹੈਗੀ ਆ ਵੀ ਅਸੀਂ ਬੱਚਿਆਂ ਲਈ ਸਾਰਾ ਕੁਝ ਕਰਦੇ ਹੈਗੇ ਆ, ਨੈਚੁਰਲੀ ਆਪਾਂ ਦੇਖਦੇ ਆ ਵੀ ਜਿਹੜੇ ਜੁੜਦੇ ਬੱਚਾ ਨਹੀਂ ਹੋਇਆ ਕਿਸੇ ਦੇ ਕਪਲ ਦੇ, ਤਾਂ ਉਹਦੀ ਫੀਲਿੰਗ ਦੂਸਰਿਆਂ ਨੂੰ ਕਿੰਨੀ ਵੱਖਰੀ ਹੁੰਦੀ ਹੈ। ਬਿਲਕੁਲ, ਕਿਉਂਕਿ ਨੀਡ ਹੈ ਸਾਡੀ, ਬੱਚੇ ਪੈਦਾ ਕਰਨਾ ਜਿਹੜਾ ਹੈ ਇਹ ਸਾਡੀ ਨੀਡ ਨਹੀਂ, ਸਾਡੀ ਹਰ ਇੱਕ ਜਨਰੇਸ਼ਨ ਦੀ ਨੀਡ ਹੈਗੀ, ਚਾਹੇ ਉਹ ਐਨੀਮਲ 'ਚ ਹੈਗੀ ਹੈ ਚਾਹੇ ਇਨਸੈਕਟ ਹੈਗੇ ਆ, ਉਹ ਤਾਂ ਨੇਚਰ ਨੇ ਉਹਨੂੰ ਦਿੱਤਾ ਹੈ। ਉਹ ਇਸੇ ਕਰਕੇ ਬੱਚੇ ਪੈਦਾ ਕਰਦਾ ਵੀ ਉਹਨੂੰ ਲੱਗਦਾ ਹੈ ਵੀ ਇਹ ਹੋਣਾ ਚਾਹੀਦਾ ਹੈਗਾ, ਨੇਚਰ ਦਾ ਪਾਰਟ ਹੈ। ਡਾਰਵਨ ਇਸੇ ਇਹਨਾਂ ਗੱਲਾਂ 'ਤੇ ਕੇਂਦਰਿਤ ਕਰਦਾ ਆਪਣੇ ਆਪ ਨੂੰ ਸਾਰਾ। ਹੁਣ ਜਿਹੜਾ ਇੱਥੇ ਆ ਕੇ ਮਤਲਬ ਇੱਕ ਤਾਂ ਆ ਗਈ ਬੱਚੇ ਦੀ ਨੀਡ ਸਾਡੇ ਅੰਦਰ, ਬੱਚਾ ਸਾਡੇ ਕੋਲ ਆ ਗਿਆ, ਉਹ ਨੀਡ ਕਰਕੇ ਫਿਰ ਉਹਦੇ 'ਤੇ ਅਸੀਂ ਸਾਰਾ ਜ਼ੋਰ ਲਾਉਂਦੇ ਹੈਗੇ ਵੀ ਜਿੰਨੀ ਵੀ ਕਮਾਈ ਹੈ ਸਾਡੀ ਅਸੀਂ ਉਹਦੇ ਪਾਲਣ ਪੋਸ਼ਣ ਵਾਸਤੇ ਯੂਜ਼ ਕਰਦੇ ਹਾਂ, ਤੇ ਕੁਝ ਵੀ ਕਰ ਸਕਦੇ ਉਹਦੇ ਵਾਸਤੇ, ਘਰ ਵੇਚ ਕੇ ਵੀ ਪੜ੍ਹਾ ਸਕਦੇ ਹਾਂ ਅਸੀਂ ਉਹ ਵੀ ਪੜ੍ਹੇ ਇਹ, ਕਿਉਂਕਿ ਬੱਚੇ ਮਾਪਿਓ ਇਸ ਤੱਕ ਜਾਂਦਾ ਹੈ ਬੱਚੇ ਲਈ ਕੁਰਬਾਨ ਹੋਣ ਲਈ। ਹੁਣ ਤੁਸੀਂ ਬੱਚੇ ਲਈ ਸਹੂਲਤਾਂ ਤਾਂ ਪੈਦਾ ਕਰ ਸਕਦੇ ਹੈਗੇ ਹੋ ਜੀ, ਵੀ ਉਹਨੂੰ ਬ੍ਰਾਂਡਡ ਕੱਪੜੇ ਲੈਤੇ, ਉਹਦੇ ਲਈ ਬ੍ਰਾਂਡਡ ਚੀਜ਼ਾਂ ਲੈਤੀਆਂ, ਉਹਦੇ ਮਤਲਬ ਖੁਸ਼ੀ ਵਾਸਤੇ ਜੋ ਵੀ ਹੈ ਉਹ ਲਈ ਗਏ। ਜੇ ਉਹ ਮਤਲਬ ਜਿਸ ਤਰ੍ਹਾਂ ਦੀ ਵੀ ਇੱਛਾ ਰੱਖਦਾ ਹੈਗਾ, ਉਹਨੇ 2 ਦਿਨ ਮਾਪਿਓ ਤੋਂ ਪੁੱਛਿਆ ਤੇ ਉਹ ਤੋਂ ਬਾਅਦ ਲਿਆ ਕੇ ਰੱਖਤਾ ਤੁਸੀਂ ਜਾ ਕੇ। ਹੁਣ ਇਸ ਦੇ ਨਾਲ ਤੁਸੀਂ ਬੱਚੇ ਦਾ, ਤੁਹਾਨੂੰ ਤਾਂ ਲੱਗ ਰਿਹਾ ਵੀ ਅਸੀਂ ਵਧੀਆ ਪਾਲਣ ਪੋਸ਼ਣ ਕਰ ਰਹੇ ਹਾਂ ਜੀ, ਹਾਂਜੀ, ਮਾਪਿਆਂ ਨੂੰ ਲੱਗਦਾ ਮੈਂ ਇਹਦੀ ਡਿਮਾਂਡ ਪੂਰੀ ਕਰ ਰਿਹਾ, ਤੇ ਇਸ ਕਰਕੇ ਬੱਚਾ ਸਾਡਾ ਠੀਕ ਜਾਊਗਾ। ਸਰ ਫਰਸਟ੍ਰੇਸ਼ਨ ਹੀ ਸਾਡੇ 'ਚ ਇਸ ਕਰਕੇ ਆਉਂਦੀ ਹੈ, ਅਸੀਂ ਕਹਿੰਦੇ ਸਭ ਕੁਝ ਕੀਤਾ, ਸਰ ਕੀ ਕਮੀ ਰਹਿ ਗਈ ਪੱਖ ਹੈਗਾ ਵੀ ਬਣੀ ਬਣਾਈ ਖੀਰ ਖਵਾ ਦੇਣੀ, ਉਹ ਪੱਖ ਗਲਤ ਵੀ ਹੈਗਾ ਵੀ ਬੱਚੇ ਨੂੰ ਆਪ ਸਟਰਗਲ ਕਰਨ ਦਾ ਮੌਕਾ ਨਹੀਂ ਦਿੰਦੇ ਸੀ ਕੁਝ ਵੀ ਪ੍ਰਾਪਤ ਕਰਨ ਦੇ ਲਈ। ਜੇ ਤੁਸੀਂ ਬੱਚੇ ਨੂੰ ਸਟਰਗਲ ਕਰਨ ਦਾ ਮੌਕਾ ਨਹੀਂ ਦਿਓਗੇ ਤਾਂ ਉਹ ਗਰੋ ਕਿਵੇਂ ਕਰੂਗਾ, ਉਹਦੀ ਬ੍ਰੇਨ ਦਾ ਸਿਸਟਮ ਕਿਵੇਂ ਅਪਗ੍ਰੇਡ ਹੋਊਗਾ, ਕਿਉਂਕਿ ਸਟਰਗਲ ਨਹੀਂ ਅਪਗ੍ਰੇਡ ਕਰਨਾ ਉਸਨੂੰ, ਜੀਨੀਅਸ ਉਸਨੂੰ ਜਾਂ ਬੈਜ਼ੋ ਨੂੰ ਮਤਲਬ ਅੱਗੇ ਸਟਰਗਲ ਨੇ ਹੋਰ ਵਧੀਆ ਬਣਾਉਣਾ ਹੈਗਾ, ਤੇ ਉਹ ਉਹਦੇ 'ਚੋਂ ਮਿਸ ਕਰਦਾ। ਫਿਰ ਉਦੋਂ ਬਾਅਦ ਜਾ ਕੇ ਜਿਹੜੇ ਬ੍ਰਾਂਡਡ ਬੱਚੇ, ਮੈਂ ਤਾਂ ਇਹ ਕਹੂੰਗਾ ਬ੍ਰਾਂਡਡ ਬੱਚੇ ਹੀ ਬਣ ਜਾਂਦੇ ਆ। ਅੱਛਾ,
ਵੀ ਉਹ ਫਿਰ ਸੋਸਾਇਟੀ ਦੇ ਬ੍ਰਾਂਡਡ ਬੱਚੇ ਹੀ ਹੈ, ਪਰ ਉਹਨਾਂ ਤੋਂ ਤੁਸੀਂ ਵੱਡੀਆਂ ਆਸਾਂ ਨਹੀਂ ਰੱਖ ਸਕਦੇ ਹੈਗੇ ਜੇ ਉਹ ਸਟਰਗਲ ਦੇ ਰਸਤੇ ਨਹੀਂ ਪਾਇਆ। ਹੁਣ ਆਸਾਂ ਦੀ ਤੁਸੀਂ ਗੱਲ ਕੀਤੀ ਆ, ਜਿਹੜੀਆਂ ਐਕਸਪੈਕਟੇਸ਼ਨਸ ਅਸੀਂ ਰਵਾਇਤੀ ਤੌਰ ਤੇ ਆਪਾਂ ਦੇਖਦੇ ਹਾਂ, ਹਾਂਜੀ, ਬੱਚਾ ਮਾਂ ਪਿਓ ਦੇ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ, ਬੱਚਾ ਮਾਂ ਪਿਓ ਨੂੰ ਸਵਾਲ ਨਹੀਂ ਕਰ ਸਕਦਾ, ਬੱਚਾ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਸਕਦਾ। ਇਹ ਜਿਹੜਾ ਹਮੇਸ਼ਾ ਬੱਚੇ ਵੱਡਿਆਂ ਦੀ ਰਿਸਪੈਕਟ ਕਰਨ, ਇਹ ਵੀ ਐਕਸਪੈਕਟੇਸ਼ਨਸ ਨੇ ਸਾਡੀਆਂ। ਜੀ, ਪਰ ਹੁਣ ਇਹ ਚੀਜ਼ਾਂ ਮੈਨੂੰ ਲੱਗਦਾ ਰੀਡਿਫਾਈਨ ਜਾਂ ਰਿਵਿਊ ਕੀਤੀਆਂ ਜਾਣ ਦਾ ਵੀ ਸਮਾਂ ਆ ਗਿਆ ਹੈ, ਕਿਉਂਕਿ ਐਕਸਪੈਕਟੇਸ਼ਨਸ ਅਸੀਂ ਜ਼ਰੂਰ ਰੱਖ ਰਹੇ ਹਾਂ, ਪਰ ਅੱਗੋਂ ਜਦੋਂ ਬੱਚੇ ਇਹ ਚੀਜ਼ਾਂ ਸਾਡੇ ਤੋਂ ਐਕਸਪੈਕਟ ਕਰ ਰਹੇ ਆ, ਅਸੀਂ ਖੜੇ ਨਹੀਂ ਅੱਗੇ। ਨਵਜੋਤ, ਬੱਚਾ ਤੁਹਾਨੂੰ ਕੁਐਸਚਨ ਕਰਦਾ ਹੈਗਾ, ਮਾਪਿਆਂ ਨੂੰ ਸਵਾਲ ਕਰ ਰਿਹਾ ਹੈਗਾ, ਉਹ ਸਵਾਲ ਉਸ ਨੂੰ ਪ੍ਰੋਪਰ ਵੇ ਨਾਲ ਤੁਸੀਂ ਉਹਦਾ ਉੱਤਰ ਦਿਓ। ਨੋ, ਅਸੀਂ ਤਾਂ ਕਹਿੰਦੇ ਸੀ ਚੁੱਪ ਕਰਕੇ ਅਸੀਂ ਤਾਂ ਬਹਿ ਜਾਂਦੇ ਹੁੰਦੇ ਸੀ, ਜਦੋਂ ਸਾਡੇ ਮਾਂ ਪਿਓ ਪੁੱਛਦੇ ਕਹਿੰਦੇ ਸੀ ਸਾਨੂੰ, ਅਸੀਂ ਤਾਂ ਅੱਖਾਂ ਦੀ ਘੂਰ ਤੋਂ ਡਰ ਜਾਂਦੇ ਸੀ। ਤੁਸੀਂ ਡਰਦੇ ਨਹੀਂ, ਉਹ ਸਮੇਂ ਦੀ ਗੱਲ ਛੱਡੋ, ਤੁਸੀਂ ਅੱਜ ਦੀ ਗੱਲ ਕਰੋ ਵੀ ਅੱਜ ਬੱਚੇ ਨੂੰ ਅਸੀਂ ਸਮਝਦਾਰ ਮਾਪਿਓ ਜਿਹੜਾ ਹੈ ਇਹ ਸਮਝਦਾ ਹੈ ਵੀ ਜੇ ਉਹ ਕੁਐਸਚਨ ਕਰੂ, ਲਰਨਿੰਗ ਪ੍ਰੋਸੈਸ ਬਹੁਤ ਤੇਜ਼ ਆ ਦੇ ਅੰਦਰ, ਮਤਲਬ ਸਾਡੇ ਨਾਲ ਕਿਤੇ ਵੱਧ ਲਰਨਿੰਗ ਪ੍ਰੋਸੈਸ ਉਹਦੇ ਚੱਲ ਰਿਹਾ ਹੁੰਦਾ ਹੈਗਾ। ਪਰ ਸਾਡਾ ਹਾਲੇ ਵੀ ਉਹੀ ਅੰਦਾਜ਼ਾ ਜਿਸ ਚੀਜ਼ ਚੋਂ ਅਸੀਂ ਗੁਜ਼ਰੇ ਹਾਂ, ਅਸੀਂ ਕਹਿੰਦੇ ਵੀ ਅਸੀਂ ਚੁੱਪ ਕਰ ਜਾਂਦੇ ਸੀ ਵੀ ਕਮਾਲ, ਅੱਜ ਕੱਲ ਬੱਚੇ ਦੀ ਗਲਤੀ ਆ, ਅਸੀਂ ਗਲਤੀ ਫੀਲ ਕਰਾਉਂਦੇ ਉਹਨਾਂ ਨੂੰ। ਨਹੀਂ, ਉਹ ਤਾਂ ਮਸ਼ੀਨਾਂ ਬਣਾਏ ਜਾਂਦੇ ਸੀ ਫਿਰ, ਜਿਹੜੇ ਉਹ ਬੱਚੇ ਸੀ ਤਾਂ ਮਸ਼ੀਨਾਂ ਸੀ ਵੀ ਜਿਹੋ ਜਿਹਾ ਮਾਪਿਓ ਨੂੰ ਮਸ਼ੀਨ ਬਣਾਉਣਾ ਚਾਹੁੰਦਾ ਉਹ ਜਿਹੀ ਬਣ ਗਈ ਹੈ, ਤੇ ਉਹਦੇ ਰਿਜ਼ਲਟ ਵੀ ਅੱਗੇ ਜਾ ਕੇ ਫਿਰ ਮੰਨ ਲਓ ਲਾਈਫ 'ਚ ਆਉਂਦੇ ਹੈਗੇ, ਉਹ ਮਾਪਿਓ ਨੂੰ ਭੁਗਤਣੇ ਪੈਂਦੇ ਉਹ ਜਿਹੇ ਰਿਜ਼ਲਟ ਜਿਹਨੂੰ ਮਸ਼ੀਨਾਂ ਹੀ ਬਣਾਇਆ ਹੈਗਾ। ਥਿੰਕਿੰਗ ਪਾਵਰ ਬਣਾਉਣਾ ਤੇ ਮਸ਼ੀਨ ਬਣਾਉਣਾ ਵੱਖਰੀ ਚੀਜ਼ ਹੈਗੀ। ਤੁਸੀਂ ਬੱਚੇ ਨੂੰ ਥਿੰਕਿੰਗ ਪਾਵਰ ਦੇਣੀ ਹੈਗੀ ਜੀ, ਵੀ ਉਹ ਤੁਹਾਡੇ, ਤੁਸੀਂ ਸਵਾਲ ਕਰੋ ਉਸ ਨੂੰ। ਮੰਨ ਲਓ ਤੁਸੀਂ ਇਹ ਕਹਤਾ ਵੀ ਜਿਹੜਾ ਧਰਤੀ ਹੈਗੀ, ਵੀ ਧਰਤੀ ਜਿਹੜੀ ਹੈਗੀ ਇਹ ਘੁੰਮਦੀ ਹੈਗੀ, ਬੱਚਾ ਇਹ ਕਹਿ ਰਿਹਾ ਵੀ ਮੈਂ ਤਾਂ ਖੜਾ ਘੁੰਮਤਾ ਰਹੀ ਨਹੀਂ ਕਿਤੇ, ਤੇ ਤੁਸੀਂ ਉੱਤਰ ਕਿਵੇਂ ਦਿਓਗੇ ਉਹਨੂੰ? ਜੇ ਤੁਹਾਨੂੰ ਆਪ ਹੀ ਗਿਆਨ ਨਹੀਂ ਹੈਗਾ ਤੇ ਉਹਨੂੰ ਉੱਤਰ ਕਿਸ ਤਰ੍ਹਾਂ ਦਾ ਦਿਓਗੇ? ਜਿਹੜਾ ਕੱਚ ਘਾੜ ਉੱਤਰ ਦਿਓਗੇ ਬੱਚਾ ਤੁਹਾਨੂੰ ਠੀਕ ਮੰਨ ਲੂਗਾ। ਕੀ ਕਰਨ ਫਿਰ ਪੇਰੈਂਟਸ ਨੇ ਕਿਹਾ, ਕੀ ਕਰਨ ਪੇਰੈਂਟ? ਹੁਣ ਬੜੇ ਪੇਰੈਂਟਸ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਿੱਦਾਂ ਘੁੰਮਦੀ ਹੈ ਧਰਤੀ ਜਾਂ ਨਹੀਂ ਘੁੰਮਦੀ। ਫਿਰ ਜੇ ਉਹ ਪੇਰੈਂਟਸ ਇਸ ਪੱਧਰ ਤੱਕ ਉਹਨੂੰ ਲੈਂਦੇ ਹੈਗੇ ਤਾਂ ਉਹਦੇ ਰਿਜ਼ਲਟ ਫਿਰ ਉਹੀ ਜਿਹੇ ਲੈਣਗੇ। ਉਹ ਇਹ ਗੱਲ ਸਮਝਣ ਦੀ ਜ਼ਰੂਰਤ ਹੁੰਦੀ ਹੈ। ਪੇਰੈਂਟਸ ਨੂੰ ਵੀ ਬਕਾਇਦਾ ਲੌਜੀਕਲੀ ਸੋਚਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਕਿ ਉਹ ਜੋ ਜਵਾਬ ਦਿੰਦਾ ਹੈ, ਜੇ ਉਹਨੂੰ ਨਹੀਂ ਜਵਾਬ, ਬੱਚੇ ਨੂੰ ਇਹ ਕਹਿ ਦੇ ਵੀ ਇਸ ਬਾਰੇ ਮੈਂ ਤੈਨੂੰ ਬਾਅਦ ਚ ਦੱਸੂਗਾ, ਹੁਣ ਨਹੀਂ ਮੇਰੇ ਕੋਲ ਦਾ ਸਹੀ ਉੱਤਰ ਪਤਾ ਕਰਕੇ ਦੱਸਾਂ, ਪਤਾ ਕਰਕੇ ਦੱਸੂਗਾ, ਉਹ ਜ਼ਿਆਦਾ ਬੈਟਰ ਹੈਗਾ। ਵੀ ਸਵਾਲ ਬਹੁਤ ਵਧੀਆ, ਪਰ ਅਜੇ ਮੈਨੂੰ ਇਹਦੀ ਮਤਲਬ ਅਜੇ ਵੀ ਮੈਨੂੰ ਆਪ ਕਲੀਅਰ ਨਹੀਂ, ਮੈਂ ਕਲੀਅਰ ਕਰਨਾ ਚਾਹੁੰਦਾਗਾ। ਉਹ ਬੱਚੇ ਲਈ ਜ਼ਿਆਦਾ ਬੈਟਰ ਹੈਗਾ। ਜਿਹੜਾ ਉਹਦੀ ਥਾਂ ਤੇ ਕੋਈ ਕੱਚ ਘਾੜ ਉੱਤਰ ਦੇ ਦੇਣਾ, ਕੱਚ ਘਾੜ ਮੰਨ ਲਓ ਉਹਦੇ ਤੇ ਗੱਲ ਕਰ ਦੇਣੀ ਜਾ ਕੇ ਵੀ ਨਹੀਂ ਇਹ ਤਾਂ ਘੁੰਮਦੀ ਹੈ, ਤੂੰ ਮੰਨ ਚਾਹੇ ਨਾ ਮੰਨ, ਇਹ ਕੋਈ ਉੱਤਰ ਨਹੀਂ ਹੈਗਾ। ਉਹ ਕੋਈ ਤਾਂ ਫਲੈਟ ਹੈ, ਜੇ ਘੁੰਮਦੀ ਹੋਏ ਮੈਂ ਵੀ ਨਾਲ ਘੁੰਮਾਂ, ਹਾਲਾਂਕਿ ਘੁੰਮਤਾ ਰਿਹਾ ਉਹ ਤੇ ਧਰਤੀ ਘੁੰਮ ਰਹੀ ਹੈ, ਅਸੀਂ ਵੀ ਘੁੰਮ ਰਹੇ ਹਾਂਗੇ, ਪਰ ਗ੍ਰੈਵਿਟੀ ਇੰਨੀ ਸਟਰੋਂਗ ਹੁੰਦੀ ਹੈ ਵੀ ਸਾਨੂੰ ਫੀਲ ਨਹੀਂ ਹੋਣ ਦਿੰਦੀ ਹੈਗੀ। ਜਿਹੜੀ ਸਮਝਣ ਦੀ ਗੱਲ ਹੈਗੀ, ਕਿੰਨੇ ਕੁ ਮਾਪੇ ਇਹ ਗੱਲਾਂ ਸੋਚਦੇ ਹੋਣਗੇ? ਇਸ ਪੱਧਰ ਤੱਕ ਇਹ ਜਿਹੇ ਸਵਾਲਾਂ ਦੇ ਉੱਤਰ ਕਿੰਨੇ ਕੁ ਮਾਪੇ ਦਿੰਦੇ ਹੋਣਗੇ? ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰਨ ਨੂੰ ਰੈਡੀ ਨਹੀਂ ਹੈਗੇ। ਇਹ ਤਾਂ ਤੁਸੀਂ ਸਾਇੰਸ ਦੀ ਗੱਲ ਕਰਤੀ ਨਾ, ਧਰਤੀ ਦੀ ਗੱਲ ਕਰਤੀ, ਚਲੋ ਕਿਤੋਂ ਜਵਾਬ ਲੈ ਕੇ ਕੋਈ ਪੇਰੈਂਟ ਦੇ ਵੀ ਦੇਊਗਾ। ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰਨ ਨੂੰ ਤਿਆਰ ਹੀ ਨਹੀਂ। ਜੇ ਗੱਲ ਕਰਨ ਨੂੰ ਤਿਆਰ ਨਹੀਂ, ਫਿਰ ਬੱਚਿਆਂ ਦੇ ਤੁਸੀਂ ਕਿੰਨਾ ਕੁ ਬੱਚਿਆਂ ਨੂੰ ਦਿਓਗੇ ਜਾ ਕੇ? ਕਿ ਇਨਫੋਰਮੇਸ਼ਨ ਦਾ ਯੁੱਗ ਹੈ ਅੱਜ, ਆਪਾਂ ਆਮ ਤੌਰ ਤੇ ਕਹਿੰਦੇ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਹੈ। ਜਦੋਂ ਇਨਫੋਰਮੇਸ਼ਨ ਟੈਕਨੋਲੋਜੀ ਯੁੱਗ ਹੈ ਤਾਂ ਬੱਚੇ ਨੂੰ ਇਨਫੋਰਮੇਸ਼ਨ ਵੱਧ ਤੋਂ ਵੱਧ ਚਾਹੀਦੀ ਹੈ। ਜਿਵੇਂ ਹੁਣ ਆਪਾਂ ਮੋਬਾਈਲਾਂ ਦੀ ਗੱਲ ਕਰਦੇ ਹੈਗੇ ਆ, ਤੇ ਬਹੁਤੇ ਮਾਪਿਓ 'ਚ ਇਹ ਆ ਵੀ ਬੱਚਿਆਂ ਨੂੰ ਮੋਬਾਈਲ ਤੋਂ ਪਾਸੇ ਹਟਾਓ, ਵੀ ਇਹ ਤਾਂ ਦੇਖਦੇ ਆ, ਬਹੁਤ ਦੇਖਦੇ ਆ। ਤੇ ਮੈਂ ਸਮਝਦਾ ਵੀ ਕੁਛ ਹੱਦ ਤੱਕ ਬੱਚਿਆਂ ਦੀ ਫਿਜ਼ੀਕਲ ਹੈਲਥ ਦੇ ਉੱਤੇ, ਮੈਂਟਲ ਹੈਲਥ 'ਤੇ ਅਸਰ ਜਾਂਦੇ ਆ ਜੋ ਲੰਬਾ ਸਮਾਂ ਉਸ ਨੂੰ ਬਾਅਦ ਕਰਦੇ ਹੈਗੇ। ਇਸ ਗੱਲ ਨਾਲ ਮੈਂ ਸਹਿਮਤ ਹਾਂਗਾ, ਪਰ ਤੁਸੀਂ ਟੋਟਲੀ ਨਗੇਟ ਨਹੀਂ ਕਰ ਸਕਦੇ ਹੈਗੇ, ਕਿਉਂਕਿ ਉਹ ਇਨਫੋਰਮੇਸ਼ਨ ਕਿੱਥੋਂ ਲਊਗਾ? ਜਿਹੜੀ ਇਨਫੋਰਮੇਸ਼ਨ ਅੱਜ ਇੱਕ 12ਵੀਂ ਕਲਾਸ ਦਾ ਬੱਚਾ, ਜੇ ਉਹਨੂੰ ਸਵਾਲ ਮਾਂ ਤੋਂ ਸਹੀ ਨਹੀਂ ਮਿਲਦਾ ਹੈਗਾ, ਜੇ ਉਸਨੇ ਗੂਗਲ 'ਚ ਪਾ ਲਿਆ, ਫਿਰ ਉਹ ਗੂਗਲ ਨੂੰ ਜਵਾਬ ਦੇਣਾ ਸਹੀ ਵੀ ਆਹ ਇਹਦਾ ਜਵਾਬ, ਤੇ ਫਿਰ ਉਹ ਮਾਪੇ ਨੂੰ ਸਮਝੂਗਾ ਉਹ ਵੀ ਇਹ ਝੂਠੇ ਹੈ, ਵੀ ਇਹ ਗਲਤ ਉੱਤਰ ਦਿੱਤਾ ਇਹਨਾਂ ਨੇ ਮੈਨੂੰ, ਆਹ ਦੇਖੋ ਆ ਮੰਮੀ ਆਹ ਉੱਤਰ ਆਇਆ ਇਹਦੇ 'ਚ ਤਾਂ। ਸੋ ਇਸ ਕਰਕੇ ਸਾਨੂੰ ਵੀ ਸੋਚ ਸਮਝ ਕੇ ਉੱਤਰ ਦੇਣੇ ਪੈਣਗੇ। ਬਹੁਤ ਸਾਰੇ ਸਵਾਲ ਉਹਨੇ ਲੱਭ ਲੈਣੇ। ਹੁਣ ਅੱਗੇ ਵਾਲਾ ਬੱਚਾ ਨਹੀਂ ਹੈਗਾ ਵੀ ਜੋ ਕਹਤਾ ਉਹਨੇ ਉਹ ਸਹੀ ਸੱਚ ਮੰਨ ਲਿਆ, ਫਿਰ ਉਹਦੇ ਕੁਐਸਚਨਾਂ ਦਾ ਉੱਤਰ ਜੇ ਉੱਥੋਂ ਸਹੀ ਨਹੀਂ ਮਿਲਦਾ ਹੋਰ ਵੀ ਥਾਂ 'ਤੇ ਉਹ ਕੋਸ਼ਿਸ਼ ਕਰਦਾ ਹੈਗਾ। ਮੈਂ ਤਾਂ ਹੁਣ ਦੇਖੋ ਕੈਨੇਡਾ 'ਚ ਮੈਂ ਰਹਿਣਾ, ਮੇਰੇ ਆਪਣੇ ਘਰਾਂ ਦੇ ਵਿੱਚ ਮੇਰੇ ਆਪਣੀਆਂ ਦੋਹਤੀਆਂ ਹੈਗੀਆਂ ਨੇਗੀਆਂ, ਇੱਕ 10 ਸਾਲ ਦੀ ਹੈ, ਇੱਕ 7 ਸਾਲ ਦੀ ਹੈਗੀ ਹੈ, ਜਾਂ ਮੇਰੇ ਦੋਸਤਾਂ ਮਿੱਤਰਾਂ ਦੇ ਬੱਚਿਆਂ 'ਚ ਵੀ ਮੈਂ ਜਾਣਾ ਜਦੋਂ ਉਹ ਅਲੱਗ-ਅਲੱਗ ਏਰੀਏ ਦੇ ਹੈਗੇ ਆ, ਤੇ ਜਦੋਂ ਉਹਨਾਂ ਬੱਚਿਆਂ 'ਚ ਮੈਂ ਦੇਖਦਾ ਵੀ ਜਾ ਕੇ ਹੁਣ ਟੈਕਨੋਲੋਜੀ ਦੇ ਮਸਲੇ ਜਦੋਂ ਆਉਣਾ, ਮਤਲਬ ਜਾਂ ਮੈਨੂੰ ਕੋਈ ਮਨ ਲੱਗਦੀ ਹੈ ਮੋਬਾਈਲ ਦੇ ਵਿੱਚ ਮੈਨੂੰ ਕੋਈ ਨਵੀਂ ਚੀਜ਼ ਦੀ ਕੋਈ ਦਿੱਕਤ ਆ ਰਹੀ ਹੈ, ਉਹ ਮੈਂ ਉਹਨੂੰ ਪੁੱਛਦਾ ਜਾ ਕੇ, ਜਿਹੜੀ 10 ਸਾਲ ਦੀ ਮੁਸਕਾਨ ਹੈ ਉਹਨੂੰ ਪੁੱਛ ਰਿਹਾ, ਮੁਸਕਾਨ ਤੈਨੂੰ ਪਤਾ ਇਹਦਾ? ਉਹਨੇ ਮੈਨੂੰ ਹਾਂ ਆਈ ਕੈਨ ਟੈਲ ਯੂ। ਤੇ ਹੁਣ ਤੁਸੀਂ ਸੋਚੋ ਵੀ ਇੱਕ ਬੱਚਾ ਤੁਹਾਨੂੰ ਉਹ ਗੱਲ ਦੱਸ ਰਿਹਾ ਹੈਗਾ ਜੀ,
ਹੁਣ ਮੈਂ ਕੀ ਕਹਾਂ ਵੀ ਮੇਰੇ ਨਾਲ ਇੰਟੈਲੀਜੈਂਟ ਉਹ ਵੱਧਦਾ ਕਿ ਮੈਂ ਵੱਧਾਂਗਾ। ਸਵਾਲ ਇੱਥੇ ਇਹ ਨਹੀਂ ਹੈਗਾ, ਇਨਫੋਰਮੇਸ਼ਨ ਦਾ ਹੈਗਾ ਕਿ ਬੱਚੇ ਕੋਲੇ ਮੇਰੇ ਨਾਲ ਵੱਧ ਇਨਫੋਰਮੇਸ਼ਨ ਪਹੁੰਚ ਚੁੱਕੀ ਹੈਗੀ। ਤੇ ਅੱਜ ਇਨਫੋਰਮੇਸ਼ਨ ਜਿੰਨੀ ਬੱਚੇ ਕੋਲ ਜ਼ਿਆਦਾ ਹੋਊਗੀ ਆਲੇ ਦੁਆਲੇ ਦੀ ਜਾਂ ਓਵਰਆਲ ਸੋਸਾਇਟੀ ਦੀ, ਵਰਲਡ ਦੀ, ਸਪੇਸ ਦੀ, ਉਨਾ ਹੀ ਉਹ ਜ਼ਿਆਦਾ ਸਮਾਜ 'ਚ ਜ਼ਿਆਦਾ ਬੈਟਰ ਬਣਨਾ ਉਸ ਬੱਚੇ ਨੇ। ਜੀ। ਜਿੰਨੀ ਇਨਫੋਰਮੇਸ਼ਨ ਘੱਟ ਹੈਗੀ ਉਨਾ ਹੀ ਉਹ ਦੂਜਿਆਂ ਤੋਂ ਪਛੜ ਜਾਣਾ ਹੈ। ਹੁਣ ਅੱਗੇ ਵਾਲਾ ਇਹ ਤਾਂ ਹੈ ਨਹੀਂ ਵੀ ਬੱਚਾ ਤੁਸੀਂ ਜਿਵੇਂ ਮਰਜ਼ੀ ਪਾਲਤਾ, ਇਨਫੋਰਮੇਸ਼ਨ ਤੇ ਖੜਾ ਸਾਰਾ ਕੁਝ। ਵੀ ਇਨਫੋਰਮੇਸ਼ਨ ਜਿੰਨੀ ਬੱਚੇ ਕੋਲੇ ਜਿੰਨੀ ਵੱਧ ਤੋਂ ਵੱਧ ਉਹ ਲੈਣ ਦਾ ਆਦੀ ਬਣ ਗਿਆ। ਹੁਣ ਇੱਕ ਗੱਲ ਹੈਗੀ ਆ, ਹੁਣ ਬੱਚੇ ਇੱਕ ਸਮੱਸਿਆ ਬੱਚਿਆਂ ਨੂੰ ਆ ਰਹੀਆਂ ਨੇ ਜਿਹੜੀਆਂ ਮੈਂ ਹੁਣ ਦੇਖ ਰਿਹਾ ਆਮ ਤੌਰ 'ਤੇ ਟੀਵੀ ਦੇ ਮਾਧਿਅਮ ਰਾਹੀਂ ਜਾਂ ਮੋਬਾਈਲ ਸਿਸਟਮ ਰਾਹੀਂ, ਜੋ ਵੀ ਉਹ ਆਈਪੈਡ ਚਲਾਉਂਦੇ ਹੈਗੇ। ਹੁਣ ਉਹਦੇ 'ਚ ਸਮੱਸਿਆਵਾਂ ਕੀ ਆ ਰਹੀਆਂ ਨੇਗੀਆਂ, ਜਾਂ ਤਾਂ ਉਹ ਗੇਮਾਂ ਹੀ ਖੇਡੀ ਜਾਂਦੇ ਆ, ਬਿਲਕੁਲ, ਜਿਹੜੀਆਂ ਉਹਨੂੰ ਪਸੰਦ ਦੀਆਂ ਗੇਮਾਂ ਜਿਹਦੇ ਚੋਰੀ ਕ੍ਰੀਏਟ ਜ਼ਿਆਦਾ ਕਰਦੇ ਹੈਗੇ ਆ, ਉਹ ਖੇਡੀ ਜਾਂਦੇ ਆ, ਜਾਂ ਉਹ ਕਾਰਟੂਨਾਂ 'ਚ ਵਿਚਰਦੇ ਹੈਗੇ ਆ। ਹੁਣ ਕਿਤੇ ਨਾ ਕਿਤੇ ਜਿਹੜਾ ਇਹ ਗੱਲ ਜੇ ਕਿਤੇ ਮਾਪਿਓ ਮੈਨੇਜ ਕਰ ਜੇ ਹੋਰ ਚੀਜ਼ਾਂ ਨੂੰ ਸਿੱਖਣ ਵਾਸਤੇ ਵੀ ਉਹਦੇ ਮਨ 'ਚ ਪਾਵੇ, ਤੇ ਜੇ ਹੋਰ ਚੀਜ਼ਾਂ ਵੱਲ ਵੀ ਨਾਲ ਸਿੱਖਣ ਦੀ ਆਦਤ ਪਾਉਣ ਲੱਗ ਜਾਂਦਾ ਹੌਲੀ ਹੌਲੀ, ਉਹ ਮੀਡੀਆ ਨੂੰ ਮਤਲਬ ਤੁਸੀਂ ਵਰਤ ਸਕਦੇ ਹੋ ਵੀ ਇਹ ਤਾਂ ਤੂੰ ਰੋਜ਼ ਦੇਖਦਾ, ਇਹਨੂੰ ਵੀ ਦੇਖ ਕੇ ਦੇਖ। ਉਹਦੇ ਨਾਲ ਕੀ ਇੱਕ ਜਿਹੜਾ ਉਹਦੇ 'ਚ ਬਾਰ-ਬਾਰ ਨਵੀਆਂ ਚੀਜ਼ਾਂ ਦੇਖਣ ਦੀ ਜਿਹੜਾ ਆਦਤ ਬਣਨੀ ਹੈ, ਉਸ ਨੂੰ ਜ਼ਿਆਦਾ ਮਤਲਬ ਇਨਫੋਰਮੇਸ਼ਨ ਦੇਊਗੀ। ਅਸੀਂ ਉਸ ਨੂੰ ਮਤਲਬ ਹਟਾ ਨਹੀਂ ਸਕਦੇ, ਉਹਨੂੰ ਮੈਨੇਜ ਕਰਕੇ ਕੁਝ ਨਵੀਆਂ ਗੱਲਾਂ ਵੱਲ ਨੂੰ ਲਿਜਾ ਸਕਦੇ ਹੈਗੇ ਆ, ਜਿਹੜਾ ਉਹਦੇ ਜਿੱਥੇ ਉਹ ਬਿਹੇਵ ਨੂੰ ਵੀ ਬਿਲਡ ਕਰਨ 'ਚ ਅਸੀਂ ਕਾਮਯਾਬ ਹੋਵਾਂਗੇ। ਜਿਹੜਾ ਉਹਦਾ ਇੱਕ ਪੈਟਰਨ ਹੈ ਸੁਭਾਅ ਦਾ, ਉਹਨੂੰ ਵੀ ਆਵਾਂਗੇ, ਤੇ ਦੂਜਾ ਉਹ ਵੱਧ ਤੋਂ ਵੱਧ ਇਨਫੋਰਮੇਸ਼ਨ ਲੈ ਕੇ ਸੋਸਾਇਟੀ 'ਤੇ ਜ਼ਿਆਦਾ ਫਿੱਟ ਬੈਠੂਗਾ। ਸੋ ਚਾਈਲਡ ਸਾਈਕੋਲੋਜੀ ਨੂੰ ਹੁਣ ਸਮਝਣ ਦੇ ਲਈ ਜਿਹੜੇ ਮਾਪੇ ਆ ਉਹ ਆਪਣੇ ਵੱਲੋਂ ਕੀ ਕੋਸ਼ਿਸ਼ ਕਰ ਸਕਦੇ ਆ? ਹਾਂ, ਬੜਾ ਦੇਖੋ, ਮਾਪਿਓ ਤਾਂ ਕੋਸ਼ਿਸ਼ਾਂ ਕਰਦੇ ਹੀ ਰਹਿੰਦੇ ਆ ਵੈਸੇ ਵੀ। ਉਹਨਾਂ ਨੇ ਕੋਈ ਮਾਪਿਓ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਮਤਲਬ ਕਾਮਯਾਬ ਨਾ ਹੋਵੇ। ਉਹ ਆਪਣੇ ਬੱਚੇ ਨੂੰ ਆਪਣੇ ਆਪ ਤੋਂ ਕਿਤੇ ਬੈਟਰ ਲਾਈਫ 'ਚ ਦੇਖਣਾ ਚਾਹੁੰਦਾ ਹੈ। ਬਿਲਕੁਲ, ਕਿਉਂਕਿ ਉਹ ਫਿਊਚਰ ਵਾਸਤੇ ਸੋਚਦਾ ਹੈ ਵੀ ਜੇ ਉਹ ਪੈਸਾ ਵੀ ਇਕੱਠਾ ਕਰ ਰਿਹਾ ਹੈਗਾ ਤਾਂ ਉਹਦੇ ਇੱਕ ਗੱਲ ਦਿਮਾਗ 'ਚ ਹੈ ਵੀ ਮੇਰੇ ਬੱਚੇ ਨੂੰ ਗਾਹਾਂ ਸਟਰਗਲ ਨਾ ਕਰਨਾ ਪਵੇ, ਤੇ ਬਣਿਆ ਬਣਾਇਆ ਪੈਸਾ ਮਿਲੇ, ਬਣਾਏ ਮਤਲਬ ਟੌਪ ਦੇ ਮਕਾਨ ਮਿਲਣ, ਹਰ ਚੀਜ਼ ਟੌਪ ਦੀ ਬਣੀ ਬਣਾਈ ਮਿਲ ਜੀ ਉਸ ਨੂੰ। ਉਹਦੇ ਦਿਮਾਗ 'ਚ ਪਿਆ ਸਾਰਾ ਕੁਝ ਹੈ ਜਾਂ ਮਤਲਬ ਇਹ ਗੱਲਾਂ ਤਾਂ ਉਹਦੇ ਦਿਮਾਗ 'ਚ ਪਈਆਂ ਨੇਗੀਆਂ, ਪਰ ਉੱਥੇ ਗਲਤੀਆਂ ਹੋ ਰਹੀਆਂ ਹੁੰਦੀਆਂ ਨੇਗੀਆਂ। ਮਾਪਿਓ ਉੱਥੇ ਗਲਤੀਆਂ ਕਰ ਰਿਹਾ ਹੁੰਦਾ ਹੈਗਾ ਵੀ ਇਸ ਤਰ੍ਹਾਂ ਤੁਸੀਂ ਜਿੰਨਾ ਮਰਜ਼ੀ ਬਣਾਇਆ ਬਣਾ ਦੇ ਦਿਓ, ਜੇ ਬੱਚੇ ਨੇ ਸਟਰਗਲ ਨਹੀਂ ਕੀਤਾ ਉਹਨੂੰ ਗਵਾ ਵੀ ਉਹਨਾਂ ਜਲਦੀ ਲੈਣਾ ਉਸਨੇ, ਕਿਉਂਕਿ ਉਹਨੂੰ ਮੈਨੇਜ ਕਰਨਾ ਨਹੀਂ ਆਉਣਾ ਹੈਗਾ। ਮੈਂ ਇੱਕ ਸਿੰਪਲ ਜਿਹੀ ਉਦਾਹਰਨ ਦੇ ਸਕਦਾ ਵੀ ਇਹ ਥੋੜ੍ਹਾ ਜਿਹਾ ਬੱਚਿਆਂ ਬਾਰੇ ਤੋਂ ਥੋੜ੍ਹਾ ਮੈਂ ਅੱਗੇ ਵੱਧ ਕੇ ਬੋਲਦਾ ਇਸ ਗੱਲ 'ਤੇ ਥੋੜ੍ਹਾ ਜਿਹਾ। 18ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਵੀ 18 ਸਾਲ ਦਾ ਮੁੰਡਾ ਹੋ ਗਿਆ ਹੈਗਾ, ਤੇ ਫਾਦਰ ਜਦੋਂ ਕੇਕ ਕੱਟਣ ਤੋਂ ਬਾਅਦ ਉਹਦੇ ਮੂੰਹ 'ਚ ਕੇਕ ਦਾ ਚਮਚਾ ਪਾਉਂਦਾ ਹੈ ਜੀ, ਤਾਂ ਉਸ ਨੂੰ ਇੱਕ ਗੱਲ ਕਹਿੰਦਾ ਹੈ ਵੀ ਤੈਨੂੰ ਪਤਾ ਵੀ ਹੁਣ ਤੂੰ 18 ਸਾਲ ਦਾ ਹੋ ਗਿਆ? ਹਾਂ ਡੈਡੀ, ਮੈਨੂੰ ਪਤਾ ਮੈਂ 18 ਸਾਲ ਦਾ ਹੋ ਗਿਆ। ਤੇ ਅਗਲਾ ਕੁਐਸਚਨ ਕਰਦਾ, ਹੁਣ ਤੈਨੂੰ ਇਹ ਵੀ ਪਤਾ ਹੈਗਾ ਵੀ ਤੂੰ ਕੰਮ ਕਰਨ ਦੇ ਯੋਗ ਹੋ ਗਿਆ? ਅੱਛਾ, ਹਾਂ। ਡੈਡੀ, ਮੈਨੂੰ ਇਹ ਵੀ ਪਤਾ ਮੈਂ ਕੰਮ ਕਰਨ ਦੇ ਯੋਗ ਹੋ ਗਿਆ, ਮੈਨੂੰ ਤੁਹਾਡੇ ਸਵਾਲ ਜਿਹੜੇ ਕਰ ਰਹੇ ਹੋ ਮੇਰੇ ਹੁਣ ਸਮਝ ਆ ਚੁੱਕੇ ਆ ਸਾਰੇ। ਤੇ ਅਗਲੀ ਗੱਲ ਕੀ ਕਰਿਆ, ਇੰਗਲੈਂਡ ਦੀ ਗੱਲ ਹੈ ਇਹ, ਮੈਂ ਉਹ ਘਰੇ ਜਦੋਂ ਬੈਠਾਂਗਾ ਤਾਂ ਅਗਲਾ ਉਹ ਫਿਰ ਅਗਲੇ ਡੈਡੀ ਕੀ ਕਹਿੰਦਾ, ਕਹਿੰਦਾ ਮੈਂ ਤੇਰੇ ਵਾਸਤੇ ਵਾਸ਼ਿੰਗ ਸਟੇਸ਼ਨ ਤੇ ਇੱਕ ਜੌਬ ਦੇਖ ਕੇ ਆਇਆ। ਵਾਸ਼ਿੰਗ ਸਟੇਸ਼ਨ ਤੇ ਉੱਥੇ ਜੌਬ ਦੇਖ ਕੇ ਆਇਆ, ਤੇ ਤੈਂ ਕੱਲ ਨੂੰ ਇੱਕ ਕੰਮ ਕਰਨਾ ਹੈ, 2 ਤੇਰੇ ਕੋਲ ਡਰੈਸ ਹੋਣੀਆਂ ਨੇ, ਇੱਕ ਡਰੈਸ ਉੱਥੇ ਵਾਸਤੇ, ਇੱਕ ਆਉਣ ਜਾਣ ਵਾਸਤੇ। ਅੱਛਾ, ਉਹ ਨਾਲ ਲੈ ਕੇ ਜਾਊਂ, ਤੈਨੂੰ ਛੱਡ ਕੇ ਆਊਂਗਾ, ਤੇ ਉੱਥੇ ਤਾਂ 3 ਮਹੀਨੇ ਤੈਨੂੰ ਛੁੱਟੀਆਂ ਨੇ ਹੁਣ ਕਾਲਜ ਦੇ ਵਿੱਚੋਂ, ਤਾਂ ਉੱਥੇ ਆਪਣਾ ਕੰਮ ਕਰਨਾ, ਪੈਸੇ ਕਲੈਕਟ ਕਰਨੇ ਆ, ਇਕੱਠੇ ਕਰਨੇ ਆ, ਮੈਂ ਚੋਂ ਕੋਈ ਪੈਸਾ ਨਹੀਂ ਲੈਣਾ ਤੇਰੇ ਕੋਲੋਂ। ਓਕੇ, ਇਹ ਤਾਂ ਅਗਲੀ ਪੜ੍ਹਾਈ ਵਾਸਤੇ ਯੂਜ਼ ਕਰਨੇ ਆ। ਮੇਰੇ ਕੋਲ ਪੜ੍ਹਾਈ ਦੇ ਪੈਸੇ ਉਦੋਂ ਮੰਗੀ ਜਦੋਂ ਨੀਡ ਹੋਵੇ, ਇਹ ਤੇਰੇ ਪੈਸੇ ਵਰਤੋਂ 'ਚ ਆ ਚੁੱਕੇ ਹੋਣ, ਮੈਂ ਤੇਰੀ ਹੈਲਪ ਕਰੂੰ ਫਿਰ ਵੀ ਵਧੀਆ ਮਤਲਬ ਸਟੱਡੀ ਵਾਸਤੇ, ਸਪੋਰਟ ਹੈਗੀ। ਓਕੇ ਡੈਡੀ, ਆਈ ਐਮ ਰੈਡੀ। ਤੇ ਉਹ ਜਿਵੇਂ ਸਵੇਰੇ ਅਸੀਂ ਉੱਠਦੇ ਆਂਗੇ, ਸਵੇਰੇ ਉੱਠ ਕੇ ਉਹੀ ਸਾਰਾ ਸਿਸਟਮ ਹੈਗਾ, ਬੱਚਾ ਉਹ ਬੱਸ ਸਟੇਸ਼ਨ ਮੈਂ ਨਾਲ ਜਾ ਕੇ ਛੱਡ ਕੇ ਆਉਣਾ ਜਾ ਕੇ। ਹੁਣ ਜਦੋਂ ਉਸ ਨੂੰ ਮੈਂ ਜਾ ਕੇ 20 ਸਾਲਾਂ ਬਾਅਦ ਉਸ ਘਰ ਦੇ ਵਿੱਚ ਜਾਂਦਾ, ਅੱਛਾ, ਇੰਗਲੈਂਡ 'ਚ ਵਾਪਸ ਮਿਲਦਾ ਜਾ ਕੇ, ਤਾਂ ਉੱਥੇ ਆ ਕੇ ਮੈਂ ਮੇਰੇ ਦਿਮਾਗ 'ਚ ਉਹ ਗੱਲ ਹੀ ਘੁੰਮ ਰਹੀ ਹੈ ਵੀ ਮਤਲਬ ਡੈਡੀ ਨੇ ਸਵਾਲ ਬੜੇ ਵਧੀਆ ਕੀਤੇ ਸੀਗੇ, ਤੇ ਉਹ ਬੱਚੇ ਨੇ ਉੱਤਰ ਵੀ ਵਧੀਆ ਕੀਤੇ ਆ, ਤੇ ਬੱਚੇ ਵੀ ਉੱਥੇ ਜਾ ਕੇ ਗਿਆ, ਸਟਰਗਲ ਕਰਨ ਗਿਆ। ਉਹ ਮੈਂ ਉਹਨੂੰ ਪੁੱਛਿਆ, ਉਹ ਬੇਟਾ ਕਿੱਥੇ ਆ ਹੁਣ ਅੱਜ ਕੱਲ੍ਹ? ਉਹ ਜੀ ਇੰਗਲੈਂਡ ਦੀ ਇੱਕ ਟੌਪ ਦੀ ਬੈਂਕ ਦਾ ਮੈਨੇਜਰ ਅੱਜ ਕੱਲ੍ਹ। ਅੱਛਾ, ਤੇ ਮੇਰੇ ਮਨ 'ਚ ਖੁਸ਼ੀ ਹੋਈ ਵੀ ਪਾਲਣ ਪੋਸ਼ਣ ਆਹ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਹੈਗਾ। ਹਾਲਾਂਕਿ ਉਹਦੇ ਕੋਲ 2 ਘਰ ਸੀਗੇ, ਉਹਨੇ ਬੱਚੇ ਨੂੰ ਇਹ ਵੀ ਕਿਹਾ ਵੀ ਇਹ ਘਰ ਮੇਰੇ ਆ ਦੋਨੇ, ਆਈ ਅਰਨ ਦਿਸ ਹੋਮਸ, ਤੇ ਤੈਨੂੰ ਹੋਮ ਅਰਨ ਕਰਨੇ ਪੈਣੇ ਆ, ਸਾਡੇ ਕੋਲ ਬਚ ਗਿਆ ਤਾਂ ਤੇਰੇ ਕੋਲ ਆਊਗਾ, ਨਹੀਂ ਤੈਨੂੰ ਆਪਣਾ ਸਾਰਾ ਕੁਝ ਕਰਨਾ ਪੈਣਾ। ਹੁਣ ਜਿਹੜਾ ਇਹ ਗੱਲ ਤੁਸੀਂ ਕਿਸੇ ਬੱਚੇ ਦੇ ਦਿਮਾਗ ਜੇ ਥੱਲੇ ਤੋਂ ਮਤਲਬ ਤੁਸੀਂ ਭਰਨੀ ਸ਼ੁਰੂ ਕਰਦੇ ਹੋ, ਜਦੋਂ ਉਹ
ਅਰਲੀ ਚਾਈਲਡਹੁੱਡ ਤੋਂ ਲੈ ਕੇ ਆਪਣਾ ਲੇਟ ਚਾਈਲਡਹੁੱਡ ਤੱਕ ਗਰੋ ਕਰਦਾ ਹੈ, ਜੇ ਉਹ ਗੱਲ ਕਿਤੇ ਨਾ ਕਿਤੇ ਤੁਸੀਂ ਕਰਦੇ ਰਹੋਗੇ ਦਿਮਾਗ ਦੇ ਅੰਦਰ, ਤੇ ਫਿਰ ਜਦੋਂ ਟੀਨੇਜ 'ਚ ਜਾਊਗਾ ਉਹ ਕੰਟਰੋਲ ਕਰਨਾ ਸਿੱਖ ਲੈਂਦਾ ਹੈ, ਉਸ ਪਾਸੇ ਨੂੰ ਰੁਝਾਨ ਬਣਨ ਲੱਗ ਜੂ, ਸਟਰਗਲ ਵਾਲੇ ਪਾਸੇ ਵਿਸ਼ਵਾਸ ਕਰਨ ਲੱਗ ਜਾਂਦਾ ਹੈ। ਪਰ ਜੇ ਤੁਸੀਂ ਸਹੂਲਤਾਂ ਹੀ ਦੇਈ ਜਾਓ, ਉਸ ਨੂੰ ਸਟਰਗਲ ਦੀ ਗੱਲ ਹੀ ਨਹੀਂ ਦਿਮਾਗ 'ਚ ਪਾ ਰਹੇ ਹੈਗੇ, ਤਾਂ ਨੈਚੁਰਲੀ ਉਹ ਬ੍ਰਾਂਡਡ ਹੀ ਬਣ ਜਾਂਦਾ। ਫਿਰ ਉਹ ਮਤਲਬ ਬ੍ਰਾਂਡਡ ਬਣ ਕੇ ਰਹਿ ਜਾਂਦਾ। ਬ੍ਰਾਂਡਡ ਫਿਰ ਤੁਹਾਨੂੰ ਪਤਾ ਹੈ ਵੀ ਇੱਥੇ ਬਹੁਤ ਕੁਝ ਜਿਹੜਾ ਵਾਪਰ ਰਿਹਾ, ਬੜਾ ਕੁਝ ਨਸ਼ਿਆਂ ਦੇ ਰੂਪ 'ਚ ਲਿਆ ਜਾ ਰਿਹਾ ਹੈਗਾ। ਇਹ ਉੱਥੋਂ ਹੀ ਆ ਜਿੱਥੇ ਬ੍ਰਾਂਡਡ ਬੱਚਿਆਂ 'ਚ ਮੇਰੇ ਖਿਆਲ 'ਚ ਜ਼ਿਆਦਾ ਚਾਂਸਸ ਆਉਂਦੇ ਆ। ਦੂਸਰੇ ਜਿਹੜੇ ਸਟਰਗਲ 'ਚ ਗੁਜ਼ਰ ਰਹੇ ਹੁੰਦੇ ਆ, ਉਹ ਬੱਚੇ ਇੱਜ਼ਤ ਨਹੀਂ ਜਾਣਗੇ ਕਦੇ ਵੀ। ਇਹ ਤਾਂ ਗੱਲ ਹੋ ਗਈ ਕਿ ਕਿੱਦਾਂ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ। ਅਸੀਂ ਡੈਲੀਬਰੇਟਲੀ ਕੁਝ ਚੀਜ਼ਾਂ ਜਿਹੜੀਆਂ ਉਹ ਕਰਦੇ ਹਾਂ, ਜ਼ਰੂਰ ਕਰਨਾ ਚਾਹੁੰਦੇ ਆਪਣੇ ਬੱਚੇ ਦੇ ਚੰਗੇ ਭਵਿੱਖ ਦੇ ਲਈ, ਪਰ ਬਹੁਤ ਵਾਰੀ ਇਹ ਚੀਜ਼ ਹੁੰਦੀ ਹੈ ਕਿ ਅਸੀਂ ਅਵੇਸਲੇ ਇਸ ਚੀਜ਼ ਤੋਂ ਆ ਕਿ ਸਾਡੀ ਆਪਣੀ ਮਾਨਸਿਕ ਹਾਲਤ ਕੀ ਆ, ਹਾਂਜੀ, ਮਾਂ ਦੀ, ਬਾਪ ਦੀ, ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ, ਜਿਹੜਾ ਕਿ ਹੋ ਸਕਦਾ ਅਸੀਂ ਕਦੇ ਬੱਚੇ ਨੂੰ ਐਕਸਪ੍ਰੈਸ ਵੀ ਨਹੀਂ ਕਰ ਰਹੇ, ਅਸੀਂ ਬੱਚੇ ਨੂੰ ਦੱਸ ਵੀ ਨਹੀਂ ਰਹੇ। ਹਾਊ ਡਜ਼ ਦੈਟ ਇੰਪੈਕਟ ਟੂ ਅ ਚਾਈਲਡ? ਬਹੁਤ ਵਧੀਆ ਸਵਾਲ ਕੀਤਾ ਹੈ ਜਿਹੜਾ ਤੁਸੀਂ ਇਸ ਟਾਈਮ ਤੇ ਕੀਤਾ ਹੈ, ਕਿਉਂਕਿ ਚਾਈਲਡ ਸਾਈਕੋਲੋਜੀ ਦੇ ਨਾਲ ਜੁੜਿਆ ਸਵਾਲ ਬਹੁਤ ਨੇੜਲਾ ਜੀ, ਵੀ ਪੇਰੈਂਟਸ ਦਾ ਬਿਹੇਵ ਬੱਚੇ ਤੇ ਕੀ ਅਸਰ ਕਰਦਾ ਹੈ। ਪਹਿਲੀ ਗੱਲ ਤਾਂ ਇੱਕ ਗੱਲ ਬੜੀ ਸਾਫ਼ ਹੈਗੀ, ਜੇ ਪੇਰੈਂਟਸ ਦਾ ਕਿਸੇ ਮਸਲੇ ਤੇ ਆਪਸ ਵਿੱਚ ਟਕਰਾਓ ਹੈਗਾ, ਜਾਂ ਉਹ ਇੱਕ ਦੂਜੇ ਨੂੰ ਲਾਈਕ ਨਹੀਂ ਕਰਦੇ, ਜਾਂ ਉਹਨਾਂ ਦੇ ਵਿੱਚ ਕੋਈ ਉਹਨਾਂ ਦੀਆਂ ਵੱਖਰੀ ਵੱਖਰੀ ਓਪੀਨੀਅਨ ਹੋਣ ਕਰਕੇ ਉਹ 'ਚ ਟਕਰਾਓ ਬਾਰ-ਬਾਰ ਆ ਰਿਹਾ ਹੈਗਾ, ਜਾਂ ਉਹ ਕਿਸੇ ਹੋਰ ਸਟ੍ਰੈਸ ਦੇ ਵਿੱਚ ਵੀ ਹੈਗੇ ਆ, ਕਾਰਨ ਤਾਂ ਹੁੰਦਾ ਹੀ ਹੈ ਹੋਰ ਸਟ੍ਰੈਸ ਕਿਤੋਂ ਨਾ ਕਿਤੋਂ, ਤਾਂ ਹੀ ਤਾਂ ਜਾਂ ਕੋਈ ਕੰਮ ਦੇ ਨਾਲ ਸੰਬੰਧਿਤ ਹੈ, ਜਿਹੜਾ ਰੱਟਾ ਪੈ ਰਿਹਾ ਹੁੰਦਾ ਉਹ ਪਿਛਲੇ ਕਿਸੇ ਹੋਰ ਸਟ੍ਰੈਸ 'ਚੋਂ ਹੀ ਆ ਰਿਹਾ ਹੁੰਦਾ ਸਾਰਾ ਕੁਝ। ਉਹ ਕਿਤੇ ਨਾ ਕਿਤੇ ਕੋਈ ਵੱਖਰੀ ਮਤਲਬ ਪਿੱਛੇ ਅਟੈਚਮੈਂਟ 'ਚੋਂ ਆ ਰਿਹਾ ਹੁੰਦਾ ਹੈਗਾ, ਉਸੇ ਕਰਕੇ ਹੀ ਸੁਭਾਅ ਚੇਂਜਸ ਆਉਂਦੀਆਂ ਨੇਗੀਆਂ। ਉਹ ਜਿਹੜਾ ਉਹ ਕਰੈਕਟ ਰਵੱਈਆ ਇੱਕ ਦੂਜੇ ਪ੍ਰਤੀ ਅਪਣਾਉਂਦੇ ਹੈਗੇ ਆ। ਬੱਚੇ ਨੂੰ ਸਮਝਦਾ ਤਾਂ ਬੱਚਾ ਹੀ ਹੈ, ਜਿਹੜਾ ਚਾਹੇ ਉਹ ਅਰਲੀ ਚਾਈਲਡਹੁੱਡ ਦਾ 4 ਸਾਲ ਦਾ ਬੱਚਾ ਵੀ ਹੈ, ਉਹ ਵੀ ਆਪਣੇ ਮਾਂ ਤੇ ਪਿਓ ਦੇ ਬਿਹੇਵ ਨੂੰ ਰੋਜ਼ ਰੀਡ ਕਰਦਾ ਹੈ, ਕਿਉਂਕਿ ਉਹ ਇੱਕ ਲਰਨਿੰਗ ਪ੍ਰੋਸੈਸ 'ਚੋਂ ਜਾ ਰਿਹਾ ਹੈ ਜੀ। ਉਹ ਆਪਦੀ ਮਾਂ ਦੇ ਫੇਸ ਨੂੰ ਦੇਖਦਾ ਹੈ, ਉਹ ਆਪਣੇ ਡੈਡੀ ਦੇ ਫੇਸ ਨੂੰ ਦੇਖਦਾ, ਦੋਨਾਂ ਨੂੰ ਕੰਪੈਰੀਜ਼ਨ ਕਰਦਾ ਹੈਗਾ। ਉਹਦੇ ਮਨ 'ਚ ਇਹ ਵੀ ਆਉਂਦਾ ਹੈ ਵੀ ਕੌਣ ਠੀਕ ਹੈ ਤੇ ਕੌਣ ਗਲਤ ਹੈ। ਦੇਖੋ 4 ਸਾਲ ਦਾ ਬੱਚਾ ਵੀ ਮਹਿਸੂਸ ਕਰਨ ਲੱਗ ਜਾਂਦਾ ਹੈ ਵੀ ਅੱਜ ਪਾਪਾ ਦੀ ਗਲਤੀ ਹੈ ਜਾਂ ਮੰਮੀ ਦੀ ਗਲਤੀ ਹੈ। ਹੁਣ ਜਿਹੜਾ ਬੱਚਾ 4 ਸਾਲ ਦਾ ਲੱਗ ਗਿਆ ਰੀਡ ਕਰਨੇ ਇਹਨਾਂ ਗੱਲਾਂ ਨੂੰ ਜਾ ਕੇ, ਹੁਣ ਉਹਦਾ ਜਿਹੜਾ ਲਗਾਤਾਰ ਉਹਨਾਂ ਦਾ ਟਕਰਾਅ ਹੋਏਗਾ, ਉਹਦੇ ਬਿਹੇਵ ਨੂੰ ਕਿਸ ਪਾਸੇ ਨੂੰ ਲੈ ਕੇ ਜਾਊਗਾ, ਉਹਦੇ ਅੰਦਰ ਡਰ ਪੈਦਾ ਹੋਣ ਲੱਗ ਜਾਂਦਾ ਹੈ। ਮਤਲਬ ਉਹ ਬੱਚਾ ਜਿਹੜਾ ਮਤਲਬ ਉਦੋਂ ਬਾਅਦ ਜਾ ਕੇ ਜਿਹੜਾ ਉਹ ਬਿਹੇਵ, ਜਿਹੜਾ ਪੋਜ਼ਿਟਿਵ ਬਿਹੇਵ ਉਹਨੇ ਉਹਨਾਂ ਦੇ ਕੋਆਪਰੇਸ਼ਨ 'ਚੋਂ ਸਿੱਖਣਾ ਸੀਗਾ, ਵੀ ਮਾਂ ਪਿਓ ਕਿਵੇਂ ਇੱਕ ਦੂਜੇ ਨਾਲ ਵਿਚਰਦੇ ਆ, ਕਿਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆ, ਕਿਵੇਂ ਇੱਕ ਦੂਜੇ ਦੇ ਮਤਲਬ ਨਾਲ ਆਈਡੀਆ ਨੂੰ ਡਿਸਕਸ ਕਰਦੇ ਹੈਗੇ ਆ, ਕਿਵੇਂ ਉਹ ਵਰਕ ਸ਼ੇਅਰ ਕਰਦੇ ਹੈਗੇ ਆ, ਉਹ ਸਾਰਾ ਕੁਝ ਉਹ ਬਾਅਦ 'ਚ ਕਰ ਰਿਹਾ, ਉਹ ਲਰਨ ਉੱਥੋਂ ਕਰ ਰਿਹਾ ਹੈਗਾ। ਸੋ ਮਾਂ ਪਿਓ ਤੋਂ ਇਲਾਵਾ ਘਰ ਦੇ ਵਿੱਚ ਬਾਕੀ ਜਿਹੜੇ ਫੈਮਿਲੀ ਮੈਂਬਰਸ ਆ, ਉਹਨਾਂ ਦੀ ਸਾਈਕੋਲੋਜੀ ਦਾ ਵੀ ਬੱਚੇ ਦੇ ਉੱਤੇ ਜ਼ਰੂਰ ਅਸਰ ਪਿਆ ਰਿਹਾ ਹੋਵੇ। ਦੇਖੋ ਜਿਹੜਾ ਪਰਿਵਾਰ ਹੈਗਾ, ਫੈਮਿਲੀ ਇਜ਼ ਦੀ ਫਸਟ ਯੂਨਿਟ ਆਫ ਦੀ ਸੋਸਾਇਟੀ। ਯੂਨਿਟ ਫਸਟ ਯੂਨਿਟ ਕਹਿੰਦਾ ਮੈਂ, ਉਹ ਯੂਨਿਟ ਜਿਹੜੀ ਆ ਅੱਗੇ ਜਾ ਕੇ ਕਿੰਨੀਆਂ ਯੂਨਿਟਾਂ ਮਿਲ ਕੇ ਆਲਾ ਦੁਆਲਾ ਬਣਾਉਂਦੀ ਹੈ, ਆਪਣਾ ਨੇਬਰਹੁੱਡ ਬਣਾਉਂਦੀ ਹੈ, ਫਿਰ ਹੀ ਅੱਗੇ ਜਾ ਕੇ ਅਸੀਂ ਵੱਡੀ ਸੋਸਾਇਟੀ ਦੀ ਗੱਲ ਕਰਦੇ ਹਾਂ। ਹੁਣ ਜਿਹੜੀ ਯੂਨਿਟ ਹੈ ਜੀ, ਉਹਦੇ ਵਿੱਚ ਹੀ ਮਤਲਬ ਖਿੰਡੀ ਹੋਈ ਮਾਨਸਤਾ ਹੈਗੀ ਹੈ, ਸਪਲਿਟਡ ਜਿਹੜਾ ਸਿਸਟਮ ਹੈਗਾ, ਤਾਂ ਉਹ ਬੱਚੇ ਦਾ ਦਿਮਾਗ ਵੀ ਸਪਲਿਟ ਕਰ ਦੂਗਾ। ਬੱਚੇ ਦਿਮਾਗ ਤੇ ਉਹਦੇ ਅਸਰ ਪੈਣੇ ਹੈਗੇ। ਤੇ ਮੰਨ ਲਓ ਇੱਕ ਗੱਲ ਹੋਰ ਦੇਖੋ, ਵੀ ਮੰਮੀ ਡੈਡੀ ਲੜਦੇ ਰਹਿੰਦੇ ਆ, ਤੇ ਬੱਚਾ ਮਤਲਬ ਕਿਸੇ ਫੀਅਰ ਦੇ ਕਾਰਨ ਉਹ ਤੋਂ ਦੂਰ ਹਟਣ ਲੱਗ ਜਾਂਦਾ ਹੈ, ਕਿਉਂਕਿ ਉਹ ਨੈਚੁਰਲੀ ਉਹਦੇ ਪ੍ਰਤੀ ਬਿਹੇਵ ਉਹੀ ਕਰਨਗੇ। ਉਹ ਵੀ ਕਿਤੇ ਰੁੱਖਾ ਬੋਲਣਗੇ, ਉਹਨੂੰ ਵੀ ਮਤਲਬ ਜੇ ਸਵਾਲ ਕਰਦਾ ਤਾਂ ਸਵਾਲ ਦਾ ਉੱਤਰ ਦੇਣ ਦੀ ਬਜਾਏ ਉਹੀ ਬਿਹੇਵ ਉਹਦੇ ਲਈ ਅਪਣਾਉਣਗੇ। ਮੰਨ ਲਓ ਗ੍ਰੈਂਡ ਪੇਰੈਂਟਸ ਘਰ 'ਚ ਹੈਗੇ ਆ, ਤੇ ਗ੍ਰੈਂਡ ਪੇਰੈਂਟਸ ਵੀ ਇਸ ਗੱਲ ਤੋਂ ਔਖੇ ਹੁੰਦੇ ਆ ਵੀ ਕਿਉਂ ਲੜਦੇ ਆ, ਤੇ ਉਹ ਬੱਚਾ ਫਿਰ ਕਿੱਥੇ ਜਾਂਦਾ ਸ਼ੈਲਟਰ ਲੈਣ ਦੇ ਲਈ, ਉਹ ਗ੍ਰੈਂਡ ਪੇਰੈਂਟਸ ਵੱਲ ਨੂੰ ਜਾਊਗਾ, ਤੇ ਗ੍ਰੈਂਡ ਪੇਰੈਂਟਸ ਨੂੰ ਆਪਣੀ ਬੁੱਕਲ 'ਚ ਬਹਾਉਂਦੇ ਆ, ਤੇ ਪ੍ਰਭਾਵ ਕਿਹਦਾ ਬਦਲ ਹੋਊਗਾ? ਫਿਰ ਉਹਨਾਂ ਦੀ ਸਾਈਕੀ ਨੂੰ ਰੀਡ ਕਰਨ ਲੱਗ ਜੂਗਾ, ਫਿਰ ਉੱਥੋਂ ਜਿਹੜਾ ਕੁਛ ਹੈਗਾ ਉਹ ਲਰਨ ਕਰਨ ਲੱਗ ਜੂਗਾ ਜਾ ਕੇ, ਕਿਉਂਕਿ ਉਹਨੇ ਫਿਰ ਉਹਦਾ ਇਫੈਕਟ ਘਟਾ ਲੈਣਾ ਤੇ ਉਸ ਦਾ ਜ਼ਿਆਦਾ ਲੈਣ ਲੱਗ ਜਾਣਾ। ਬੱਚੇ ਦਾ ਜਿਹਦੇ ਬੱਚਾ ਕਲੋਜ਼ ਹੋਣ ਲੱਗ ਜਾਂਦਾ ਹੈਗਾ, ਬੱਚਾ ਉਹਦਾ ਪ੍ਰਭਾਵ ਲੈਣ ਲੱਗ ਜਾਂਦਾ ਹੈਗਾ। ਇਵੇਂ ਸੋਸਾਇਟੀ 'ਚ ਵਾਪਰਦਾ ਹੈਗਾ। ਜਦੋਂ ਬੱਚਾ ਸਕੂਲ ਜਾਂਦਾ ਹੈਗਾ, ਤੁਸੀਂ ਦੇਖੋ ਮਤਲਬ ਤੁਸੀਂ 5 ਸਾਲ ਦੇ ਬੱਚੇ ਨੂੰ ਉਹਦੀ ਕਾਪੀ ਚੈੱਕ ਕਰੋ, ਮੰਨ ਲਓ ਉਹਦੇ ਟੀਚਰ ਨੇ ਉਹ ਕੋਈ ਥਾਂ ਤੇ ਜਿਹੜਾ ਉਹਦਾ ਸਾਈਨ ਲਾਇਆ ਠੀਕ ਹੋਣ ਦਾ, ਉਹ ਗਲਤ ਥਾਂ ਤੇ ਲਾਤਾ, ਵੀ ਉਹ ਸਪੈਲਿੰਗ ਉਹਦੇ ਉੱਥੇ ਲਾਤਾ, ਉਹਨੂੰ ਸਹੀ ਲਿਖਤਾ ਉੱਤੇ, ਉਹਦੇ ਸਪੈਲਿੰਗ ਮਿਸਟੇਕ ਹੈਗੀ, ਤੇ ਮਾਂ ਨੇ ਉਹ ਕਿਤੇ ਪੜ੍ਹਿਆ ਤੇ ਵੀ ਟੀਚਰ ਨੇ ਗਲਤ ਥਾਂ ਤੇ ਇਹਨੂੰ ਠੀਕ ਕੀਤਾ, ਠੀਕ ਹੈ ਗਲਤ ਕੀਤੀ ਨਹੀਂ, ਇਹ ਗਲਤ ਹੈ ਠੀਕ ਕੀਤਾ, ਤੇ ਬੱਚੇ ਨੂੰ ਉਹ ਸਵਾਲ ਕਰਦੀ ਹੈ ਵੀ ਤੇਰੀ ਟੀਚਰ ਜਿਹੜੀ ਆ ਦੇਖ ਆ ਗਲਤ ਹੈ, ਇਹ ਸਪੈਲਿੰਗ ਤਾਂ ਆ ਨਹੀਂ ਗੀ, ਉਹਦੀ ਮਾਂ ਦੀ ਗੱਲ ਨਹੀਂ ਮੰਨੂਗਾ,
ਉਹ ਟੀਚਰ ਦੇ ਪ੍ਰਭਾਵ ਨੂੰ ਲਊਗਾ। ਜੇ ਟੀਚਰ ਉਹਦੇ ਨਾਲ ਚੰਗਾ ਬਿਹੇਵ ਕਰਦਾ ਹੈ, ਉਹ ਕੀ ਕਹੂਗਾ, ਮਾਈ ਟੀਚਰ ਇਜ਼ ਰਾਈਟ, ਯੂ ਆਰ ਰੋਂਗ। ਇਹਦਾ ਮਤਲਬ ਉਸ ਗੱਲ ਨੂੰ ਨਹੀਂ ਐਕਸੈਪਟ ਕਰ ਰਿਹਾ, ਰੋਂਗ ਗਲਤ ਕੀ ਹੈਗਾ, ਤੇ ਜਿਹੜਾ ਉਹਦਾ ਬਿਹੇਵ ਹੈ ਟੀਚਰ ਦਾ, ਉਹਦੇ ਤੇ ਉਹ ਅਸਰ ਕਰ ਰਿਹਾ ਹੁੰਦਾ ਹੈਗਾ। ਸੋ ਨੈਚੁਰਲੀ ਬੱਚੇ ਨੂੰ ਬਿਹੇਵ, ਜਿਹੜਾ ਪ੍ਰੋਪਰ ਬਿਹੇਵ ਹੈਗਾ, ਉਹਦੇ ਰਾਹੀਂ ਜੇ ਅਸੀਂ ਲੰਘਾਉਂਦੇ ਰਹਿੰਦੇ ਹਾਂ, ਪੇਰੈਂਟਸ ਉਸ ਢੰਗ ਨਾਲ ਉਹਨੂੰ ਪਾਲਦੇ ਹੈਗੇ ਆ, ਉਸ ਤਰ੍ਹਾਂ ਆਪਣਾ ਪ੍ਰੋਪਰ ਬਿਹੇਵ ਰੱਖਦੇ ਹੈਗੇ ਆ, ਤੇ ਬੱਚਾ ਬਹੁਤ ਕੁਝ ਸਿੱਖ ਜਾਂਦਾ ਹੈਗਾ। ਤੇ ਬੱਚੇ ਅੰਦਰ ਚੁੱਪ ਕੇ ਸਟਰਗਲ ਦੀ ਕਣੀਆਂ ਮਤਲਬ ਪਾਉਣ ਵਾਲਾ, ਉਹਦੇ ਅੰਦਰ ਬੂਸਟ ਕਰਨ ਵਾਲਾ ਮਾਂ ਪਿਓ ਜਿਹੜਾ ਹੈਗਾ, ਜੇ ਚੁੱਪ ਕੇ ਰੋਜ਼ ਸਟਰਗਲ ਦੀ ਗੱਲ ਕਰਾਉਣ 'ਚ ਪਾਉਂਦਾ ਉਹਨੂੰ। ਤੇ ਹੁਣ ਅਸੀਂ ਬੀਇੰਗ ਏ ਟੀਚਰ, ਕਿਉਂਕਿ ਮੈਂ ਲੰਬਾ ਸਮਾਂ ਪ੍ਰਿੰਸੀਪਲ ਵੀ ਰਿਹਾ, ਐਜੂਕੇਸ਼ਨ ਡਿਪਾਰਟਮੈਂਟ ਰਿਹਾ, ਮੈਂ ਫੀਲਿੰਗ ਕੀਤਾ ਇਸ ਗੱਲ ਨੂੰ ਜਾ ਕੇ ਵੀ ਹੁਣ ਬੱਚਿਆਂ ਦੀਆਂ ਅਸੀਂ ਚਲੋ ਕਾਪੀਆਂ ਚੈੱਕ ਕਰਨੀਆਂ, ਚੈੱਕ ਤੇ ਹੁਣ ਦੇਖਣਾ ਵੀ ਕੁਝ ਬੱਚੇ ਜ਼ਿਆਦਾ ਬ੍ਰਿਲੀਅੰਟ ਹੁੰਦੇ ਆ, ਵਧੀਆ ਲਿਖਦੇ ਹੈਗੇ, ਤੇ ਟੌਪਿਕ ਨੂੰ ਚੰਗਾ ਮੈਨੇਜ ਕਰਦੇ ਆ, ਤੇ ਨੈਚੁਰਲੀ ਉਹਨੂੰ ਅਸੀਂ ਬੂਸਟ ਕਰਦੇ ਹਾਂ। ਮਤਲਬ ਜੇ ਲੱਗਿਆ ਵੀ ਇਹਨੇ ਲਿਖਿਆ ਉਹਦੇ ਤੇ, ਮੈਂ ਉਹਦੇ ਤੇ ਲਿਖਤਾ ਗੁੱਡ, ਤੇ ਬੱਚਾ ਜਾ ਕੇ ਉਹ ਕਾਪੀ ਦੂਜੇ ਬੱਚਿਆਂ ਨੂੰ ਦਿਖਾਉਂਦਾ ਹੈ। ਹਾਲਾਂਕਿ ਉਹਨੂੰ ਤਾਂ ਮੈਂ ਕੋਈ ਇੱਕ ਗੁੱਡ ਲਿਖਤਾ ਇਕੱਲਾ, ਕੋਈ ਉਹਨੂੰ ਮੈਂ ਟੌਫੀ ਨਹੀਂ ਦਿੱਤੀ ਹੈਗੀ, ਕੋਈ ਉਹਨੂੰ ਮੈਂ ਕੁਝ ਹੋਰ ਨਹੀਂ ਕੀਤਾ, ਉਹ ਦੂਜਾ ਬੱਚਿਆਂ ਨੂੰ ਦਿਖਾਉਂਦਾ, ਤੇ ਘਰ ਜਾ ਕੇ ਉਹ ਕਾਪੀ ਆਪਦੀ ਮੰਮੀ ਤੇ ਡੈਡੀ ਨੂੰ ਵੀ ਦਿਖਾਉਂਦਾ, ਜੀ ਉਹ ਕੋਆਪਰੇਟ ਕਰਨ ਵਾਲੇ ਹੈਗੇ, ਅੱਜ ਮੈਨੂੰ ਟੀਚਰ ਨੇ ਗੁੱਡ ਦਿੱਤੀ ਹੈ। ਅੱਛਾ, ਟੀਚਰ ਨੇ ਉਹ ਦੇਖਿਆ ਵੀ ਬੱਚਾ ਜਿਹੜਾ ਰੋਜ਼ ਉਹ ਕੰਮ ਠੀਕ ਕਰਦਾ ਹੈਗਾ, ਇੱਕ ਦਿਨ ਉਸੇ ਕਾਪੀ ਉੱਤੇ ਮੂਹਰੇ ਬੀ ਪਾਤਾ, ਵੈਰੀ ਗੁੱਡ, ਤੇ ਬੱਚੇ ਅੰਦਰ ਬੂਸਟਿੰਗ ਕਿੰਨੀ ਵੱਡੀ ਆਊਗੀ। ਬੱਚੇ 'ਚ ਵਰਕ ਕਰਨ ਦੀ ਜਿਹੜੀ ਆ, ਉਹ ਜਿਹੜੀ ਬੂਸਟਿੰਗ ਹੋਣੀ ਹੈ ਨਾ, ਇਹ ਟੀਚਰ ਮੈਨੇਜ ਕਰਦਾ ਹੈ। ਜੇ ਸਿਆਣਾ ਟੀਚਰ ਇਹ ਮੈਨੇਜ ਕਰੂਗਾ, ਜਿਹੜੇ ਬੱਚੇ ਇਗਨੋਰਡ ਬੱਚੇ ਹੈਗੇ ਜਾਂ ਉਹਨਾਂ ਵੱਲ ਧਿਆਨ ਨਹੀਂ ਦੇ ਰਿਹਾ, ਤੇ ਉਹ ਉਹਨਾਂ 'ਚ ਫੀਲਿੰਗ ਗਲਤ ਵੀ ਜਾ ਸਕਦੀ ਹੈ, ਉਹਨਾਂ ਨੂੰ ਵੀ ਮੈਨੇਜ ਕਰਨਾ ਪਊਗਾ, ਉਹਨਾਂ ਨੂੰ ਵੀ ਬੂਸਟ ਕਰਨਾ ਪਊਗਾ। ਸੋ ਪੋਜ਼ਿਟਿਵ ਰੀਇਨਫੋਰਸਮੈਂਟ ਜਿਹੜੀ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ। ਹੁਣ ਚਲੋ ਇਹਦੇ 'ਚ ਤੁਸੀਂ ਸਵਾਲ 'ਚੋਂ ਸਵਾਲ ਹੀ ਕੱਢਤਾ, ਇੰਨੀ ਗੱਲ 'ਚ ਇੱਕ ਸਵਾਲ ਹੋਰ ਆ ਗਿਆ ਵੀ ਦੋ ਕਿਸਮ ਦਾ ਡਿਸਿਪਲਿਨ ਹੈਗਾ, ਇੱਕ ਤਾਂ ਇੰਪੋਜ਼ਡ ਹੈਗਾ, ਹਾਂਜੀ, ਇੱਕ ਇੰਪੋਜ਼ ਨਹੀਂ ਹੈਗਾ। ਇੰਪੋਜ਼ ਦਾ ਮਤਲਬ ਇੱਕ ਤੁਸੀਂ ਕਿਸੇ ਤੇ ਧੱਕੇ ਨਾਲ ਲਾਗੂ ਕਰਦੇ ਡਿਸਿਪਲਿਨ ਹੈਗੇ ਹੋ, ਵੀ ਤੈਨੂੰ ਐਂ ਕਰਨਾ ਪੈਣਾ, ਐਂ ਹੀ ਹੋਣਾ ਚਾਹੀਦਾ ਹੈਗਾ, ਇਸ ਤਰ੍ਹਾਂ ਹੀ ਕਰਨਾ ਪਊਗਾ। ਜਿਵੇਂ ਇੱਕ ਆਪਾਂ ਪੀਟੀ ਮਾਸਟਰ ਕਹਿ ਸਕਦੇ ਹਾਂ, ਜਿਹੜੇ ਫਿਜ਼ੀਕਲ ਟੀਚਰ ਹੈਗੇ ਆ, ਜੇ ਉਹ ਜ਼ਿਆਦਾ ਮਤਲਬ ਇੰਪੋਜ਼ ਕਰਦੇ ਆ ਸਕੂਲ ਦੇ ਡਿਸਿਪਲਿਨ ਨੂੰ ਬਣਾਉਣ ਵਾਸਤੇ, ਤਾਂ ਤੇ ਉਹਦੀ ਗੈਰ ਹਾਜ਼ਰੀ 'ਚ ਉਹ ਮੁਲਕ ਤੋੜਦੇ ਵੀ ਜ਼ਿਆਦਾ ਆ ਉਸ ਡਿਸਿਪਲਿਨ ਨੂੰ। ਅੱਛਾ, ਉਹਦੇ ਇੰਜੋਏ ਕਰਨਗੇ ਤੋੜ ਕੇ ਸਭ ਕਾਸੇ ਨੂੰ, ਕਿਉਂਕਿ ਉਹ ਇਸ ਕਿਸਮ ਦੀ ਮਤਲਬ ਨਹੀਂ ਚਾਹੁੰਦੇ ਹੈਗੇ ਵੀ ਉਹਨਾਂ ਦੀ ਜਿਹੜੀ ਇੰਡੀਪੈਂਡੈਂਟ ਲਿਵਿੰਗ ਹੈਗੀ ਆ, ਉਹਦੇ 'ਚ ਇੰਨਾ ਜ਼ਿਆਦਾ ਬ੍ਰੇਕਡਾਊਨ ਕੀਤਾ ਜਾਵੇ। ਫਿਰ ਉਹ ਆਪਣੇ ਆਪ ਆਜ਼ਾਦ ਹੋਣ ਦੀ ਸੋਚਦੇ ਆ, ਤੇ ਪੇਰੈਂਟਸ ਵੀ ਉਵੇਂ ਜਿਹੜੇ ਇੰਪੋਜ਼ ਕਰਦੇ ਆ ਡਿਸਿਪਲਿਨ, ਪੇਰੈਂਟਸ ਜਿਹੜੇ ਆ ਉਹ ਵੀ ਐਂ ਵਾਪਰਦਾ ਹੈਗਾ, ਤੇ ਉਹ ਵੀ ਐਂ ਕਰਦੇ ਹੈਗੇ। ਜੇ ਉਹ ਇੰਪੋਜ਼ ਕਰਦੇ ਆ ਤਾਂ ਜਿੰਨਾ ਚਿਰ ਤਾਂ ਪੇਰੈਂਟਸ ਦੀ ਪਾਵਰ ਬਹਾਲ ਹੈਗੀ, ਉਹਨਾਂ ਚਿਰ ਤਾਂ ਉਹਨੂੰ ਮੰਨੀ ਜਾਣਗੇ। ਜਿੱਦੇ ਉਹਦੀ ਪਾਵਰ ਤੋਂ ਬੱਚਾ ਥੋੜ੍ਹਾ ਜਿਹਾ ਅੱਪ ਹੋ ਗਿਆ, ਉਹਦੇ ਸਾਰਾ ਕੁਝ ਉਲਟ ਹੋਊਗਾ, ਸਾਰੇ ਡਿਸਿਪਲਿਨ ਤੋੜ ਦੂ, ਸਾਰੇ ਉਹ ਚੀਜ਼ਾਂ 'ਚ ਨਹੀਂ ਛੱਡੂਗਾ। ਇਸ ਕਰਕੇ ਜਿਹੜਾ ਸੈਲਫ ਇੰਪੋਜ਼, ਇੱਕ ਤਾਂ ਇੰਪੋਜ਼ ਡਿਸਿਪਲਿਨ ਹੈ, ਇੱਕ ਸੈਲਫ ਇੰਪੋਜ਼ ਡਿਸਿਪਲਿਨ ਹੈ। ਬੱਚੇ ਅੰਦਰ ਸੈਲਫ ਮਤਲਬ ਜਿਹੜਾ ਡਿਸਿਪਲਿਨ ਇੰਪੋਜ਼ ਕਰਨ ਦੀ ਆਦਤ ਪਾਉਣੀ ਜ਼ਿਆਦਾ ਬੈਟਰ ਹੁੰਦੀ ਹੈ, ਤੇ ਇਸ ਤਰ੍ਹਾਂ ਉਹ ਬੱਚੇ ਜ਼ਿਆਦਾ ਕਾਮਯਾਬ ਰਹਿੰਦੇ ਆਪਣੀ ਲਾਈਫ ਨੂੰ ਮੈਨੇਜ ਕਰਨ ਦੇ ਵਿੱਚ। ਸੋ ਬਰਨਾਲਾ ਜੀ, ਅਖੀਰ 'ਚ ਮੈਨੂੰ ਲੱਗਦਾ ਇਹੀ ਜਿਹੜੇ ਸਾਡੇ ਸੁਣਨ ਵਾਲੇ ਨੇ, ਦੇਖਣ ਵਾਲੇ, ਉਹਨਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰ ਹੈਗੀ ਆ ਕਿ ਜਿੰਨੀ ਮਰਜ਼ੀ ਆਪਾਂ ਇੰਟਰਨੈੱਟ ਤੋਂ ਵੀ ਇਨਫੋਰਮੇਸ਼ਨ ਲੈ ਲਈਏ, ਜਿੰਨੀਆਂ ਮਰਜ਼ੀ ਆਪਾਂ ਚਾਹੇ ਕਿਤਾਬਾਂ ਵੀ ਪੜ੍ਹ ਲਈਏ, ਪਰ ਬੱਚੇ ਦਾ ਬਿਹੇਵੀਅਰ ਬੈਟਰ ਅਸੀਂ ਐਕਸਪੈਕਟ ਜ਼ਰੂਰ ਕਰਦੇ ਹਾਂ, ਪਰ ਨਾਲ ਕਿਤੇ ਨਾ ਕਿਤੇ ਜਿਹੜਾ ਆਪਣੀ ਸਾਈਕੋਲੋਜੀ ਹੈ, ਆਪਣਾ ਬਿਹੇਵੀਅਰ ਹੈ, ਫੈਮਿਲੀ ਦਾ ਬਿਹੇਵੀਅਰ ਹੈ, ਇਹ ਵੀ ਨਾਲ ਵਾਚ ਕਰਨ ਦੀ ਜ਼ਰੂਰਤ ਹੈਗੀ ਆ। ਅਖੀਰ 'ਚ ਕੀ ਕਹੋਗੇ ਤੁਸੀਂ? ਦੇਖੋ, ਮੈਂ ਤਾਂ ਇਹ ਕਹਿਣਾ ਵੀ ਪੇਰੈਂਟਸ ਸਾਰੇ ਆਪਣੇ ਬੱਚਿਆਂ ਵਾਸਤੇ ਚੰਗੇ ਹੁੰਦੇ ਆ, ਤੇ ਉਹਨਾਂ ਨੂੰ ਇੱਕ ਗੱਲ ਜ਼ਰੂਰੀ ਹੈ ਕਿ ਉਹਨਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਜ਼ਰੂਰੀ ਹੈ ਕਿ ਵੀ ਜਿਹੜਾ ਬੱਚਾ ਹੈਗਾ ਉਹ ਤਾਂ ਬੱਚਾ ਹੀ ਹੈਗਾ, ਉਹਦੇ ਬਿਹੇਵ ਨੂੰ ਤੁਸੀਂ ਤਰਾਸਣਾ ਹੈਗਾ। ਕਿਹੋ ਜਿਹਾ ਬਿਹੇਵ ਤੁਸੀਂ ਦੂਸਰਿਆਂ ਤੋਂ ਐਕਸਪੈਕਟ ਕਰਦੇ ਹੈਗੇ ਹੋ, ਜਿਵੇਂ ਆਪਾਂ ਦੂਸਰਿਆਂ ਤੋਂ, ਸੁਸਾਇਟੀ ਤੋਂ ਮੇਰੇ ਲਈ ਫਲਾਣਾ ਕਿਸ ਤਰ੍ਹਾਂ ਮੇਰੇ ਨਾਲ ਬਿਹੇਵ ਕਰੇ, ਉਹ ਸਮਝ ਕੇ ਉਹੀ ਬੱਚੇ 'ਚ ਬਿਹੇਵ ਤਰਾਸਣ ਦੀ ਕੋਸ਼ਿਸ਼ ਕਰੋ। ਤੇ ਜੇ ਉਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ, ਉਹਦੇ ਜੇ ਬਿਹੇਵ ਨੂੰ ਬਿਲਡ ਕਰਨ 'ਚ ਕਾਮਯਾਬ ਹੋ ਜਾਂਦੇ ਆ, ਐਜੂਕੇਸ਼ਨ ਤਾਂ ਆਪੇ ਲੈਂਦਾ ਰਹੂ ਫਿਰ ਸਾਰੀ। ਉਹ ਸਭ ਤੋਂ ਪਹਿਲਾਂ ਉਹਦਾ ਬਿਹੇਵ ਬਿਲਡ ਕਰਨਾ ਬਹੁਤ ਜ਼ਰੂਰੀ ਹੈ ਸੁਸਾਇਟੀ ਦੇ ਅੰਦਰ ਫਿੱਟ ਕਰਨ ਵਾਸਤੇ, ਤੇ ਉਹਦਾ ਬਿਹੇਵ ਸਟਰਗਲਫੁਲ ਬਣਾਤਾ ਜਾਵੇ, ਸੌਫਟ, ਡਰ ਰਹਿਤ, ਗੁੱਸਾ ਕੰਟਰੋਲ ਕਰਨਾ ਸਿੱਖਣਾ, ਇਸ ਤਰ੍ਹਾਂ ਦੇ ਜੇ ਬਿਹੇਵ ਅਸੀਂ ਬਿਲਡ ਕਰਨ 'ਚ ਕਾਮਯਾਬ ਹੁੰਦੇ ਹਾਂ, ਉਹੀ ਬੱਚਾ ਸੁਸਾਇਟੀ 'ਚ ਸਭ ਤੋਂ ਕਾਮਯਾਬ ਹੁੰਦਾ ਹੈਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਇਹ ਗੱਲਬਾਤ ਕਰਨ ਦੇ ਲਈ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਝ ਖਿਆਲ ਮੇਰੇ ਮਨ ਦੇ ਵਿੱਚ ਆਏ ਸਨ, ਕੁਝ ਸਵਾਲ ਆਏ ਸਨ ਜਿਹੜੇ ਇਹਨਾਂ ਦੇ ਨਾਲ ਸਾਂਝੇ ਕੀਤੇ ਆ। ਤੁਹਾਡੇ ਮਨ ਦੇ ਵਿੱਚ ਵੀ ਕੋਈ ਚਾਈਲਡ ਸਾਈਕੋਲੋਜੀ ਦੇ ਨਾਲ ਜੁੜੇ ਹੋਏ ਸਵਾਲ ਹੈਗੇ ਆ
ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ navjotdillonwal@gmail.com ਜਾਂ ਫਿਰ ਤੁਸੀਂ ਮੈਨੂੰ WhatsApp ਤੇ ਮੈਸੇਜ ਵੀ ਕਰ ਸਕਦੇ ਹੋ 7787129000 ਇਸ ਨੰਬਰ ਤੇ ਤੁਸੀਂ ਕੋਈ ਸਵਾਲ ਤੁਹਾਡੇ ਹੈਗੇ ਆ ਮਨ ਦੇ ਵਿੱਚ, ਖਾਸ ਤੌਰ ਤੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਫੈਸਰ ਬਰਨਾਲਾ ਦੇ ਕੋਲੋਂ ਪੁੱਛੇ ਜਾਣ। ਮੈਂ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਸ਼ੋਜ਼ ਇਹਨਾਂ ਦੇ ਨਾਲ ਕਰਾਂਗੀ ਤੇ ਡੀਟੇਲ ਦੇ ਵਿੱਚ ਕੁਝ ਹੋਰ ਗੱਲਾਂ ਹੋਣਗੀਆਂ ਆਪਣੇ ਬੱਚਿਆਂ ਦੇ ਨਾਲ ਸੰਬੰਧਿਤ, ਬੱਚਿਆਂ ਦੀ ਸਾਈਕੋਲੋਜੀ ਦੇ ਨਾਲ ਸੰਬੰਧਿਤ, ਬੱਚਿਆਂ ਨੂੰ ਅਸੀਂ ਹੋਰ ਨੇੜਿਓਂ ਕਿਵੇਂ ਸਮਝ ਸਕਦੇ ਹਾਂ, ਬੱਚਿਆਂ ਨੂੰ ਕਿਵੇਂ ਨੇੜਿਓਂ ਆਪਾਂ ਸੁਣ ਸਕਦੇ ਹਾਂ। ਅੱਜ ਆਪਣੇ ਵੱਲੋਂ ਅਖੀਰ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਚਾਈਲਡ ਸਾਈਕੋਲੋਜੀ ਦਾ ਜਿਹੜਾ ਇਹ ਮੈਂ ਟੌਪਿਕ ਸ਼ੁਰੂ ਕੀਤਾ, ਇਹ ਬਹੁਤ ਸੋਚ ਸਮਝ ਕੇ ਕੀਤਾ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੇਰੇ ਨਾਲ ਬਲਵਿੰਦਰ ਬਰਨਾਲਾ ਜੀ ਸ਼ਾਮਿਲ ਹੋਣ ਦੇ ਲਈ ਸਹਿਮਤ ਹੋ ਗਏ ਆ। ਆਉਂਦੇ ਦਿਨਾਂ ਦੇ ਵਿੱਚ ਇੱਕ ਸੀਰੀਜ਼ ਅਸੀਂ ਕਰਾਂਗੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਬੱਚਿਆਂ ਨੂੰ ਸੁਣ ਸਕੀਏ, ਬੱਚਿਆਂ ਨੂੰ ਸਮਝ ਸਕੀਏ, ਉਹਨਾਂ ਨੂੰ ਸਵਾਲ ਕਰਨ ਦਾ ਮੌਕਾ ਦੇ ਸਕੀਏ, ਆਪਾਂ ਉਹ ਨੇੜਤਾ ਵਧਾ ਸਕੀਏ ਜਿਹਨੂੰ ਆਪਾਂ ਮਿਸ ਕਰ ਰਹੇ ਹਾਂ। ਜਿਹੜਾ ਸਾਡੇ ਅੰਦਰ ਗਿਲਟ ਦੀ ਫੀਲਿੰਗ ਆ ਰਹੀ ਹੈ ਕਿ ਅਸੀਂ ਤਾਂ ਸਭ ਕੁਝ ਕਰ ਰਹੇ ਹਾਂ, ਪਤਾ ਨਹੀਂ ਕਮੀ ਸਾਡੇ ਕੋਲੋਂ ਕਿੱਥੇ ਰਹਿ ਗਈ, ਜਾਂ ਫਿਰ ਆਪਾਂ ਦੂਸਰੇ ਪਾਸੇ ਹੋ ਜਾਂਦੇ ਹਾਂ ਕਿ ਵੀ ਬੱਚਿਆਂ ਲਈ ਅਸੀਂ ਸਭ ਕੁਝ ਕੀਤਾ, ਬੱਚੇ ਸਾਡੇ ਕੋਲੋਂ ਕਿਉਂ ਦੂਰ ਹੋ ਗਏ। ਉਮੀਦ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਕੁਝ ਇਹ ਜਿਹੜੀਆਂ ਦੂਰੀਆਂ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਸਕੀਏ। ਕੁਝ ਸਾਡੇ ਮਨ ਦੇ ਵਿੱਚ ਭੁਲੇਖੇ ਨੇ, ਕੁਝ ਜ਼ਿਆਦਾ ਆਸਾਂ ਨੇ, ਹੋ ਸਕਦਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਰੈਕਸ਼ਨ ਦੀ ਜ਼ਰੂਰਤ ਹੈ। ਅੱਜ ਇੰਨੀਆਂ ਹੀ ਗੱਲਾਂ ਬਾਤਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੋਈ ਮੈਨੂੰ ਫੀਡਬੈਕ ਦੇਣੀ ਹੋਵੇ ਜ਼ਰੂਰ ਈਮੇਲ ਕਰ ਸਕਦੇ ਹੋ ਅਤੇ ਕੋਸ਼ਿਸ਼ ਕਰਿਓ ਇਸ ਗੱਲਬਾਤ ਨੂੰ ਅਗਾਂਹ ਸਾਂਝਾ ਵੀ ਕਰਿਓ। ਧੰਨਵਾਦ।